ਜੀ। ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਈ ਬਿਸਰਾਮਾ, ਮਿਟ ਗਈ ਸਗਲੀ ਧਾਈ। ਅਬ ਮੋਹਿ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ। ਸੰਤਨ ਕੀ ਸਰਣਾਈ, ਆਇਆ ਤਾਕਾ ਸਫਲ ਹੈ, ਪਰ ਉਪਕਾਰੀ ਹੋਏ। ਦੁਖ ਸਹਸਿਰ ਆਪਣਾ, ਸੁਖਦਾਈ ਸਭ ਕੋਇ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੇ ਪਾਵਨ ਹਜ਼ੂਰ ਵਿਖੇ ਸ਼ੁਰੂ ਹੋਏ ਅੱਜ ਦੇ ਲੜੀਵਾਰ ਰਾਤਰੀ ਦੇ ਦੀਵਾਨ ਵਿੱਚ ਵਿਰਲੇ ਵਡਭਾਗੀ ਜਨ ਹੋ ਕਰਕੇ ਇਕਾਗਰਤਾ ਬਣਾ ਕਰਕੇ ਗੁਰੂ ਕੇ ਚਰਨਾਂ ਦਾ ਆਨੰਦ ਮਾਣ ਰਹੇ ਹੋ। ਸੁਆਓ ਜਿਤਨਾ ਸਮਾਂ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ, ਜਿਤਨਾ ਕੁ ਵੀ ਸਮਾਂ ਗੁਰੂ ਕੀ ਗੁਰਬਾਣੀ ਗੁਰ ਇਤਿਹਾਸ ਗੁਰੂ ਕੇ ਚਰਨਾਂ ਨਾਲ ਜੁੜਨ ਵਾਸਤੇ ਬਖਸ਼ਿਸ਼ ਹੋਇਆ ਏ। ਇਕਾਗਰਤਾ ਦੇ ਨਾਲ ਗੁਰੂ ਕੇ ਚਰਨਾਂ ਨਾਲ ਜੁੜੀਏ। ਆਓ ਸਭ ਤੋਂ ਪਹਿਲਾਂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਰਸਨਾ ਨੂੰ ਕਰੋ ਪਵਿੱਤਰ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਬੜਾ ਸੁੰਦਰ ਫਰਮਾਨ ਆਉਂਦਾ ਹੈ, ਹੈਨ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਅੱਜ ਉਹਨਾਂ ਵਿਰਲਿਆਂ ਦੇ ਵਿੱਚ ਬਹੁਤ ਵਡਭਾਗੀ, ਵੱਡਿਆਂ ਭਾਗਾਂ ਵਾਲੇ ਜਿਹੜੇ ਨੇ ਨਾ, ਉਹ ਗੁਰੂ ਕੀ ਸੰਗਤ ਕਰ ਰਹੇ ਨੇ। ਜਿਵੇਂ ਕਿ ਗੁਰਬਾਣੀ ਵਿੱਚ ਪੜ੍ਹਿਆ ਜਾਂਦਾ, ਸੁਣਿਆ ਗਿਆ ਤੇ ਫਰਮਾਨ ਹੈ, ਵਡਭਾਗੀ ਹਰ ਸੰਗਤ ਪਾਵਹਿ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਕਿ ਰਾਤ ਦੇ ਇਸ ਪਹਿਰ ਵਿੱਚ ਵੀ ਸਾਨੂੰ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਗੁਰੂ ਕੀ ਸੰਗਤ ਕਰਨ ਦਾ ਸੁਭਾਗ ਬਖਸ਼ਿਸ਼ ਹੋ ਰਿਹਾ ਹੈ। ਸਤਵਾਂ ਸਾਲਾਨਾ ਰਾਗ ਰਤਨ ਕੀਰਤਨ ਦਰਬਾਰ ਹੈ ਔਰ ਗੁਰਬਾਣੀ ਦਾ ਆਪ ਜੀ ਨੇ ਮਹਾਵਾਕ ਸਰਵਣ ਕੀਤਾ ਏ। ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਜਿੰਨਾ ਇਹ ਸਮੇਂ ਤੱਕ ਸਾਡੇ ਭਾਗ ਨਹੀਂ ਨਾ ਜਾਗਦੇ, ਕਰਮ ਨਹੀਂ ਖੁੱਲ੍ਹਦੇ, ਕਪਾਟ ਨਹੀਂ ਸਾਡੇ ਜਿਹੜੇ ਆ ਪਿਛਾਂਹ ਹਟਦੇ, ਅਗਾਂਹ ਵਾਧੂ ਨਹੀਂ ਸ਼ੁਰੂ ਹੁੰਦੇ, ਉਨੇ ਸਮੇਂ ਤੱਕ ਅਸੀਂ ਜਿਤਨਾ ਮਰਜ਼ੀ ਯਤਨ ਕਰ ਲਈਏ, ਇੱਥੋਂ ਤੱਕ ਸਾਡੇ ਕੋਲ ਨਹੀਂ ਪਹੁੰਚਿਆ ਜਾ ਸਕੇਗਾ। ਗੁਰੂ ਦੀ ਬਖਸ਼ਿਸ਼ ਹੋਵੇ, ਗੁਰੂ ਕਿਰਪਾ ਕਰੇ, ਤਰਸ ਕਰੇ, ਤੇ ਫੇਰ ਜਾ ਕਰਕੇ ਸਾਡੇ ਭਾਗ ਜਾਗਦੇ ਨੇ, ਕਪਾਟ ਵਜਰ ਪਾਪ ਜਿਹੜੇ ਨੇ ਉਹ ਪਿਛਾਂਹ ਹਟਦੇ ਨੇ। ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਜਿਹੜੀ ਜਨਮ ਤੋਂ ਲੈ ਕੇ ਮੌਤ ਤੱਕ ਜ਼ਿੰਦਗੀ ਦੀ ਭੱਜ ਦੌੜ, ਧਾਈ ਜਿਹੜਾ ਧਾਵਣਾ ਹੈ ਨਾ, ਜਿਉਂ ਕੂਕਰ ਹਰਕਾਇਆ, ਧਾਵੈ ਦਸ ਦਿਸ ਜਾਏ, ਇਹ ਟਿਕਾ ਨਹੀਂ ਪਾਵੰਦਾ। ਇਹ ਗੁਰੂ ਦੀ ਜਿਸ ਦਿਨ ਬਖਸ਼ਿਸ਼ ਹੁੰਦੀ ਆ, ਉਸ ਦਿਨ ਇਹ ਮਨ ਜਿਹੜਾ ਹੈ ਟਿਕਾ ਦੇ ਵਿੱਚ ਆਵੰਦਾ ਹੈ।
ਇਸ ਕਰਕੇ ਸਤਿਗੁਰੂ ਜੀ ਦਾ ਫੁਰਮਾਨ ਆਇਆ, ਅਬ ਮੋਹਿ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ। ਸ਼ਰਨ ਬੜੀ ਜ਼ਰੂਰੀ ਹੈ ਗੁਰੂ ਕੀ। ਰਹਿਰਾਜ ਸਾਹਿਬ ਜੀ ਵਿੱਚ ਇੱਕ ਬਚਨ ਪੜ੍ਹਦੇ ਹੋ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਗੁਰੂ ਕੀ ਸ਼ਰਨ ਬੜੀ ਜ਼ਰੂਰੀ ਹੈ। ਤ੍ਰਿਗ ਦਾ ਮੋਟਾ ਜਿਹਾ ਹਿਸਾਬ ਹੈ ਵੀ 100 ਫਿਟਕਾਰਾਂ ਪਾਈਏ ਤੇ ਇੱਕ ਲਾਹਨਤ ਬਣਦੀ ਹੈ, 100 ਲਾਹਨਤਾਂ ਪਾਈਏ ਤੇ ਇੱਕ ਤ੍ਰਿਗ ਬਣਦੀ ਹੈ। ਤੇ ਜਿਨ੍ਹਾਂ ਦਾ ਜੀਵਨ ਜਿਹੜੇ ਆਪਣੇ ਜ਼ਿੰਦਗੀ ਵਿੱਚ ਗੁਰੂ ਕੀ ਸ਼ਰਨ ਔਰ ਗੁਰੂ ਕੀ ਸੰਗਤ ਵਿੱਚ ਨਹੀਂ ਆਏ, ਉਹਨੂੰ ਗੁਰਬਾਣੀ 'ਚੋਂ ਇਹ ਬਚਨ ਆਉਂਦੇ ਨੇ। ਸੋ ਆਓ ਇਕਾਗਰਤਾ ਦੇ ਨਾਲ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜੀਏ, ਜੋ ਕਿ ਧੰਨ ਧੰਨ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ, ਤਿਨਾਂ ਦੇ ਜੀਵਨ ਨੂੰ, ਉਹਨਾਂ ਦੀ ਕਮਾਈ ਨੂੰ ਔਰ ਉਹਨਾਂ ਦੇ ਦੁਸ਼ਹਿਰੇ ਨੂੰ ਸਮਰਪਿਤ ਇੱਥੇ ਵੀ ਆਪਾਂ ਜੁੜ ਕਰਕੇ ਬੈਠੇ ਆ, ਕਿਉਂਕਿ ਪਿੱਛੇ ਲਿਖਿਆ ਵੀ ਹੋਇਆ ਬਾਬਾ ਪਾਲਾ ਸਿੰਘ ਜੀ ਗਊਆਂ ਵਾਲਿਆਂ ਨੂੰ ਸਮਰਪਿਤ। ਮਹਾਂਪੁਰਖਾਂ ਦਾ ਜੀਵਨ ਲਗਭਗ ਨੈੱਟ ਦੇ ਰਾਹੀਂ ਹਰ ਇੱਕ ਘਰ ਵਿੱਚ ਪਹੁੰਚ ਚੁੱਕਾ, ਦੇਸ਼ ਵਿਦੇਸ਼ ਤੱਕ। ਲੋਹਗੜ੍ਹ ਦੀ ਧਰਤੀ ਤੇ 1963 ਦੇ ਵਿੱਚ ਪਿਤਾ ਭਾਈ ਗੁਰਬਖਸ਼ ਸਿੰਘ ਤੇ ਮਾਤਾ ਨਿਰੰਜਨ ਕੌਰ ਦੇ ਗ੍ਰਹਿ ਵਿਖੇ ਬਾਬਾ ਪਾਲਾ ਸਿੰਘ ਜੀ ਦਾ ਜਨਮ ਹੋਇਆ ਹੈ। ਤੇ 6-7 ਵਰ੍ਹੇ ਜਿਹੜੇ ਨੇ ਉਹਨਾਂ ਦੇ ਬਚਪਨ ਦੇ ਵੈਸੇ ਉਹਨਾਂ ਦੇ ਗ੍ਰਹਿ ਵਿਖੇ ਬੀਤੇ ਨੇ। ਬਾਬਾ ਰਾਮ ਸਿੰਘ ਜੀ ਹੋਏ ਨੇ ਨਿਰੰਜਨਪੁਰ ਵਾਲੇ, ਇੱਧਰ ਤਰਨਾ ਦਲ ਦੇ ਸ਼੍ਰੀ ਮਿਸ਼ਲ ਸ਼ਹੀਦਾ ਤਰਨਾ ਦਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਬਾਬਾ ਕੀਰਤਨ ਸਿੰਘ ਸਾਹਿਬ ਜੀ ਭੋਰਾ ਸਾਹਿਬ ਦੀ ਸੇਵਾ ਕਰਵਾ ਰਹੇ ਨੇ। ਤੇ ਜਿਵੇਂ ਅੱਜ ਵੀ ਪਿੰਡਾਂ ਵਿੱਚ ਕਾਰ ਸੇਵਾ ਵਾਲੇ ਆਉਂਦੇ ਨੇ ਨਾ ਮਹਾਂਪੁਰਖ, ਇੱਦਾਂ ਉਸ ਸਮੇਂ ਲੋਹਗੜ੍ਹ ਦੇ ਵੀ ਜਾਂਦੇ ਸਨ ਤੇ ਹਫ਼ਤੇ ਦੇ ਵਿੱਚ ਇੱਕ ਵਾਰ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਜੁੜਦਾ ਸੀ ਸੇਵਾ ਹਿੱਤ। ਹੌਲੀ ਹੌਲੀ ਸੇਵਾ ਕਰਦਿਆਂ ਕਰਦਿਆਂ ਇੰਨਾ ਕੁ ਰੰਗ ਲੱਗਾ ਕਿ ਸੇਵਾ ਵਾਲਾ ਦਿਨ ਛੱਡ ਕੇ ਤੇ 1-2 ਦਿਨ ਉਹਨਾਂ ਵੈਸੇ ਆਪਣੇ ਵੱਲੋਂ ਹੋ ਕੇ ਆਉਣਾ। ਇੰਨੀ ਮਹਾਂਪੁਰਖਾਂ ਦੀ ਬਖਸ਼ਿਸ਼, ਗੁਰੂ ਦੀ ਬਖਸ਼ਿਸ਼ ਹੁੰਦੀ ਗਈ ਕਿ ਹੌਲੀ ਹੌਲੀ ਉਹ ਸੰਗਤ ਤੱਕ ਜੁੜਦਿਆਂ ਜੁੜਦਿਆਂ ਪਹੁੰਚ ਗਏ ਨੇ। ਥੋੜ੍ਹਾ ਜਿਹਾ ਸਮਾਂ ਵੀ ਉੱਥੇ ਜਾ ਕੇ ਰਹੇ, ਕੋਈ 5-6 ਮਹੀਨੇ ਦਾ ਸਮਾਂ ਜਿਹੜਾ ਏ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸ਼ਹੀਦੀ ਬਾਗ ਵੀ ਰਹੇ ਨੇ। ਔਰ ਇੱਥੋਂ ਆਉਂਦਿਆਂ ਆਉਂਦਿਆਂ ਫਿਰ ਬਾਬਾ ਬਿਸ਼ਨ ਸਿੰਘ ਜੀ ਦੀ ਦੇਖ ਰੇਖ ਹੇਠ ਆਏ ਤੇ ਇਹਨਾਂ ਨੇ ਹੌਲੀ ਹੌਲੀ ਗਾਈਆਂ ਦੀ ਸੇਵਾ ਜਿਹੜੀ ਸੀ ਬਖਸ਼ਣਾ ਕੀਤੀ ਹੈ। ਆ ਜਿਤਨੀਆਂ ਗਾਵਾਂ ਦੇ ਆਪਾਂ ਦਰਸ਼ਨ ਕਰਦੇ ਹਾਂ, ਜਿਹੜੇ ਗੁਰਮੁਖ ਨਾਲ ਰਹੇ ਨੇ ਉਹ ਦੱਸਦੇ ਸਨ ਕਿ ਪਹਿਲਾਂ ਇੰਨੀਆਂ ਗਾਵਾਂ ਨਹੀਂ ਸਨ, ਆ ਕੁਝ 3-4 ਸਾਲ ਵਿੱਚ ਗਾਵਾਂ ਦੀ ਗਿਣਤੀ ਵਧੀ ਹੈ। ਦੂਸਰਾ ਬਚਨ ਬਾਬਾ ਪਾਲਾ ਸਿੰਘ ਜੀ ਨੂੰ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਨੇ ਜਦੋਂ ਸੇਵਾ ਸੌਂਪਣ ਦਾ ਸਮਾਂ ਆਇਆ ਤੇ ਇੱਕ ਬਚਨ ਕੀਤਾ ਸੀ ਵੀ ਇਹਨਾਂ ਦੇ ਵਿੱਚੋਂ ਬਾਹਰ ਨਹੀਂ ਜਾਣਾ। ਇਹ ਜਿਹੜਾ ਬਚਨ ਸਾਡਾ ਪੱਲੇ ਦੇ ਨਾਲ ਬੰਨ੍ਹ ਲੈ। ਪ੍ਰਤੱਖ ਤੌਰ 'ਤੇ ਵੀ ਬਾਬਾ ਪਾਲਾ ਸਿੰਘ ਜੀ ਨੇ ਚੋਲੇ ਔਰ ਦੁਮਾਲੇ ਦੇ ਜਿਹੜਾ ਸੀ ਗੰਢ ਬੱਧੀ ਹੁੰਦੀ ਸੀ। ਜਿੰਨੀ ਵਾਰ ਇਸ਼ਨਾਨ ਕਰਦੇ ਨੇ ਉਹ ਗੰਢ ਖੋਲ੍ਹਦੇ ਨੇ ਤੇ ਗੰਢ ਫੇਰ ਬੰਨ੍ਹ ਦਿੰਦੇ ਨੇ ਵੀ ਬਚਨ ਨਾ ਵਿਸਰੇ। ਇਸ ਢੰਗ ਦੇ ਨਾਲ ਉਹਨਾਂ ਸੇਵਾ ਕਮਾਈ ਹੈ ਔਰ ਉਹਨਾਂ ਦੀ ਸੇਵਾ ਆਪ ਸਾਰੇ ਹੀ ਜਾਣਦੇ ਹੋ। ਗੁਰਬਾਣੀ ਦੇ ਵਿੱਚ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕ੍ਰਿਤ ਭਾਈ ਸੰਤੋਖ ਸਿੰਘ ਜੀ ਹੋਰ ਅਨੇਕਾਂ ਥਾਵਾਂ 'ਤੇ ਕੁਝ ਇਹੋ ਜਿਹੀਆਂ ਇਤਿਹਾਸਕ ਘਟਨਾਵਾਂ ਸਨ ਜਿਨ੍ਹਾਂ 'ਤੇ ਸ਼ੰਕਾ ਬੜੀ ਬਣ ਚੁੱਕੀ ਸੀ। ਸ਼ਬਦ ਆਉਂਦਾ ਹੈ, ਆਪ ਸਕਾਓ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਇਹ ਗੁਰਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਮੁਬਾਰਕ ਬਚਨ ਹੈ। ਇਹ ਬੜਾ ਔਖਾ ਹੈ ਵੀ ਬੰਦਾ ਅੱਜ ਨਾ ਕਰਕੇ ਵੀ ਵਡਿਆਈ ਚਾਹੁੰਦੇ ਹੈ ਤੇ ਸਾਹਿਬ ਕਹਿੰਦੇ ਜਿਹੜਾ ਕਰਦਾ ਹੋਵੇ ਤੇ ਆਪਣੇ ਆਪ ਨੂੰ ਜਣਾਵੇ ਕੁਝ ਨਾ।
ਬਾਬਾ ਪਾਲਾ ਸਿੰਘ ਜੀ ਨੇ ਜਿਹੜੀ ਇਹ ਸੇਵਾ ਸੰਭਾਲੀ ਹੈ, ਉਹਨਾਂ ਨੇ ਗਾਵਾਂ ਤੋਂ ਬਾਹਰ ਨਹੀਂ ਜਾਣਾ ਕੀਤਾ। ਦਿਨੇ ਸਾਰੀ ਦਿਹਾੜੀ ਗਾਵਾਂ ਚਾਰਨੀਆਂ ਤੇ ਰਾਤ ਨੂੰ ਗੋਬਰ ਚੁੱਕਦੇ ਰਹੇ ਨੇ। ਆ ਜਿਹੜਾ ਦਰਸ਼ਨ ਆਪਾਂ ਹੁਣ ਕੀਤਾ, ਥੋੜੇ 2-4 ਸਾਲਾਂ ਵਿੱਚ, ਇਹ ਉਸ ਸਮੇਂ ਵਿੱਚ ਬਹੁਤ ਘੱਟ ਸੀ। ਉਦੋਂ ਮਹਾਂਪੁਰਖ ਆਪ ਹੀ ਕਰਦੇ ਰਹੇ ਨੇ। ਸਤਿਕਾਰਯੋਗ ਉਸਤਾਦ ਜੀ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲੇ, ਉਹਨਾਂ ਨੇ ਵੀ ਇੱਥੇ ਆਉਣਾ ਸੀ, ਪਰ ਉਹ ਸਰੀਰ ਕਰਕੇ ਢਿੱਲੇ ਹੋ ਗਏ ਨੇ। ਉਹਨਾਂ ਦੇ ਮਨ ਦੇ ਵਿੱਚ ਤਾਂਘ ਸੀ, ਔਰ ਉਹਨਾਂ ਦੇ ਦੁਸ਼ਹਿਰੇ ਨੂੰ, ਬਾਬਾ ਪਾਲਾ ਸਿੰਘ ਜੀ ਦੇ ਦੁਸ਼ਹਿਰੇ ਨੂੰ ਸਮਰਪਿਤ ਕਰਕੇ ਉਹਨਾਂ ਨੇ ਭਗਉਤੀ ਸਤੋਤਰ ਤੇ ਬ੍ਰਹਮ ਕਵਚ ਦੀ ਕਿਤਾਬ ਛਾਪੀ ਹੈ। ਤੇ ਉਹਦੇ ਅਗਲੇ ਪਾਸੇ ਕੁਝ 20-25 ਪੰਨੇ ਜਿਹੜੇ ਨੇ ਨਾ, ਉਹ ਬਾਬਾ ਪਾਲਾ ਸਿੰਘ ਜੀ ਦੇ ਜੀਵਨ ਦੇ ਉੱਪਰ ਲਿਖੇ ਹੋਏ ਨੇ। ਔਰ ਉਹਦੇ ਵਿੱਚ ਉਹਨਾਂ ਨੇ ਇੱਕ ਉਗਰਦੰਤੀ ਬਾਣੀ, ਜੋ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਨਾ, ਉਹਦੇ ਵਿੱਚ ਉਹਨਾਂ ਨੇ ਉਹ ਹਵਾਲਾ ਦਿੱਤਾ ਹੈ ਵੀ ਕਲਗੀਧਰ ਪਾਤਸ਼ਾਹ ਨੇ ਉਸ ਸਮੇਂ ਭਗਉਤੀ ਕੱਢ ਕੇ, ਸਿਮਰ ਕਰਕੇ ਮਿਆਨੋਂ ਬਾਹਰ ਕੱਢ ਕੇ ਰੱਖੀ ਆ। ਤੇ ਉਹਦੇ ਅੱਗੇ ਇੱਕ ਬਚਨ ਕੀਤਾ, ਯਹੀ ਦੇਹੋ ਆਗਿਆ ਤੁਰਕਨ ਗਹ ਖਪਾਉ, ਗਊ ਘਾਤ ਦੋਖ ਜਗ ਸਿਉ ਮਿਟਾਉ। ਉਹਦੇ ਵਿੱਚ ਇਹ ਬਚਨ ਆਇਆ ਸੀ ਮਿਆਨ ਦੇ ਅੱਗੇ ਵੀ ਮੈਨੂੰ ਇਹ ਆਗਿਆ ਦੇ, ਹੇ ਪਰਮਾਤਮਾ ਇਹਨਾਂ ਬਲ ਬਖਸ਼ ਵੀ ਇਹਦੇ ਨਾਲ ਤੁਰਕਾਂ ਦਾ ਜਿਹੜਾ ਖਪਾ ਮੈਂ ਕਰਦੇ ਹਾਂ। ਕਿਉਂਕਿ ਹਿੰਦੁਸਤਾਨ ਦੀ ਧਰਤੀ ਤੇ 2 ਹੀ ਯੁੱਧ ਚੱਲਦੇ ਰਹੇ ਨੇ, ਹਿੰਦੂਆਂ ਦਾ ਤੇ ਤੁਰਕਾਂ ਦਾ। ਹਿੰਦੂਆਂ ਨੇ ਗਾਂ ਨੂੰ ਮਾਤਾ ਮੰਨਿਆ, ਮੰਨਦੇ ਨੇ, ਤੇ ਤੁਰਕਾਂ ਨੇ ਹਿੰਦੂਆਂ ਦੇ ਮੰਦਰ ਢਾਹ ਦੇਣੇ, ਤੇ ਹਿੰਦੂਆਂ ਨੇ ਤੁਰਕਾਂ ਦੀਆਂ ਮਸੀਤਾਂ ਢਾਹ ਦੇਣੀਆਂ। ਸਮਾਂ ਚੱਲਦਾ ਗਿਆ, ਆਖਿਰ ਤੁਰਕਾਂ ਨੂੰ ਇੱਕ ਹਾਲ ਲੱਭ ਗਿਆ ਕਿ ਗਾਂ ਦਾ ਬੜਾ ਸਤਿਕਾਰ ਕਰਦੇ ਨੇ, ਮਾਂ ਦੇ ਸਮਾਨ ਮੰਨਦੇ ਨੇ। ਉਹਨਾਂ ਗਾਂ ਨੂੰ ਹਲਾਲ ਕਰਨਾ ਸ਼ੁਰੂ ਕਰ ਦਿੱਤਾ, ਔਰ ਉਸੇ ਹਲਾਲ ਨੂੰ ਵੇਖ ਕੇ ਕਲਗੀਧਰ ਪਾਤਸ਼ਾਹ ਨੇ ਇਹ ਬਾਣੀ ਉਚਾਰੀ। ਔਰ ਆਪ ਜੀ ਦੇ ਨੇੜੇ ਹੀ ਨਗਰ ਹੈ ਮੈਸਮਪੁਰ, ਇੱਥੇ ਦਾਸ ਦੀ ਡਿਊਟੀ ਵੀ ਅੰਮ੍ਰਿਤ ਵੇਲੇ ਦੀ ਡੇਲੀ ਦੀ ਹਾਜ਼ਰੀ ਭਰਦਾ ਏ। ਗੁਰਦੁਆਰਾ ਸ੍ਰੀ ਚੇਲਿਆਣਾ ਸਾਹਿਬ, ਬਾਬਾ ਜੀ ਉੱਥੇ ਵੀ ਹਾਜ਼ਰੀ ਭਰ ਕੇ ਆਏ ਨੇ। ਬਾਬਾ ਬਲਵਿੰਦਰ ਸਿੰਘ ਜੀ ਇਹਨਾਂ ਨੇ ਉੱਥੇ ਵੀ ਲਾਏ ਨੇ ਇਸ਼ਤਿਹਾਰ। ਉੱਥੋਂ ਦੇ ਇੱਕ ਸੇਵਕ ਹੋਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਾ ਜੱਸਾ ਜੀ, ਉਹਨਾਂ ਦੇ ਸਮੋਂ ਵਰਸਾਏ ਹੋਏ ਸਨ। ਤੇ ਬਾਬਾ ਜੱਸਾ ਜੀ ਸਿੱਧੇ ਸਾਦੇ ਆਮ ਜੇ ਜਾਟ ਸਨ। ਜਿਵੇਂ ਆਪਾਂ ਬਾਬਾ ਪਾਲਾ ਸਿੰਘ ਜੀ ਨੂੰ ਵੇਖਿਆ ਨਾ ਗਾਵਾਂ ਚਾਰਦੇ ਆ, ਜਿੰਨਾ ਚਲੋ ਇੱਧਰ ਵਿਚਰਦੇ ਰਹੇ ਨੇ, ਬਹੁਤ ਘੱਟ ਲੋਕਾਂ ਨੇ ਮੰਨਿਆ। ਤੇ ਜਿਨ੍ਹਾਂ ਦੇ ਨਾਲ ਮਹਾਂਪੁਰਖਾਂ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਕੁਝ ਜੀਵਨ 'ਚੋਂ ਸੇਧ ਲਈ, ਉਹ ਤੇ ਜੁੜੇ ਰਹੇ। ਤੇ ਜਿਨ੍ਹਾਂ ਨੇ ਦੂਰੋਂ ਦੂਰੋਂ ਵੇਖਿਆ ਸੀ, ਬਾਹਰੋਂ ਵੇਖਿਆ ਸੀ, ਉਹਨਾਂ ਨੇ ਇੱਕ ਆਮ ਜਿਹਾ ਸਾਦਾ ਜਿਹਾ ਲਿਬਾਸ ਸਮਝ ਕੇ ਤੇ ਅਣਦੇਖਿਆ ਕਰ ਛੱਡਿਆ। ਇੱਦਾਂ ਹੀ ਬਾਬਾ ਜੱਸਾ ਜੀ ਜਿਹੜੇ ਨੇ ਉਹ ਮੈਸਮਪੁਰ ਵਿਖੇ ਗਾਵਾਂ ਚਾਰਦੇ ਰਹੇ ਨੇ। ਔਰ ਉਹਨਾਂ ਦੇ ਗਾਵਾਂ ਚਾਰਦਿਆਂ ਚਾਰਦਿਆਂ ਗੁਰਮੁਖੋ ਜੀਵਨ ਦੇ ਵਿੱਚ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ, ਜਿਹੜੀਆਂ ਉਹਨਾਂ ਦੀ ਸ਼ਹਾਦਤ ਤੱਕ ਤੇ ਜੋ ਅੱਜ ਇਤਿਹਾਸ ਬਣਿਆ ਉਹਨੂੰ ਅੰਜਾਮ ਦੇ ਗਈਆਂ। ਉਹਨਾਂ ਤੋਂ ਉੱਥੋਂ ਨੇੜੇ ਹੀ ਕੁਝ 3-4 ਕਿਲੋਮੀਟਰ ਦੀ ਦੂਰੀ ਹੈ, ਰਜਧਾਨ ਨਗਰ ਹੈ। ਉੱਥੇ ਖੇਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ, ਉੱਥੇ ਬਾਬਾ ਜੀ ਗਾਵਾਂ ਚਾਰ ਰਹੇ ਨੇ। ਤੇ ਉੱਥੇ ਬੁੱਚੜ ਆਏ ਨੇ, ਜਿਨ੍ਹਾਂ ਨੇ ਪਸ਼ੂਆਂ ਨੂੰ ਹਲਾਲ ਕਰਨਾ ਸੀ, ਪਸ਼ੂਆਂ ਦੀ ਹੱਤਿਆ ਕਰਨੀ ਸੀ, ਘਾਤ ਕਰਨਾ ਸੀ। ਔਰ ਉਹਨਾਂ ਨੇ ਆ ਕਰਕੇ ਕੀ ਕੀਤਾ ਵੀ ਉਹਨਾਂ ਦੇ ਕੋਲ ਕੁਝ ਗਾਵਾਂ ਤੇ ਕੁਝ ਬੱਕਰੀਆਂ ਨੇ ਜਿਹੜੀਆਂ ਸੂਣ ਵਾਲੀਆਂ ਸਨ। ਉਹਨਾਂ ਵੇਖਿਆ ਵੀ ਸਿੱਧਾ ਸਾਦਾ ਜਿਹਾ ਜਾਟਾਂ ਨੇ ਪੁੱਛਿਆ ਵੀ ਜੱਟਾ ਦੱਸ, ਆ ਬੱਕਰੀ ਸੂਣ ਵਾਲੀ ਆ, ਕੀ ਦਊਗੀ? ਤੇ ਬਾਬਾ ਜੀ ਨੇ ਸਹਿਜ ਸੁਭਾਅ ਨਾਲ ਕਹਿਤਾ ਵੀ ਇਹਨੇ ਲੋਹਾ ਭਠੋਰਾ ਦੇਣਾ। ਤੇ ਜਦੋਂ ਇਹ ਬਚਨ ਹੋਇਆ ਤੇ ਉਹਨਾਂ ਉਸੇ ਵੇਲੇ ਉਹ ਬੱਕਰੀ ਜਿਹੜੀ ਸੀ ਉਹਦੀ ਹੱਤਿਆ ਕਰ ਦਿੱਤੀ। ਉਸੇ ਵੇਲੇ ਉਹਨਾਂ ਘਾਤ ਕਰਕੇ ਜਦੋਂ ਉਹਦਾ ਪੇਟ ਚੀਰਿਆ ਤੇ ਸੱਚਮੁੱਚ ਉਹਦੇ ਵਿੱਚੋਂ ਲੋਹਾ ਭਠੋਰਾ ਨਿਕਲਿਆ। ਉਹਦੇ ਤੋਂ ਬਾਅਦ ਉਹ ਬੜਾ ਹੈਰਾਨ ਹੋਏ ਤੇ ਉਹਨਾਂ ਕਿਹਾ ਵੀ ਆਹ ਗਾਂ ਵੀ ਸੂਣ ਵਾਲੀ ਆ, ਦੱਸ ਇਹ ਕੀ ਦਵੇਗੀ? ਤੇ ਬਾਬਾ ਜੱਸਾ ਜੀ ਉੱਥੇ ਰੋਹ ਵਿੱਚ ਆ ਗਏ, ਬੀਰ ਰਸ ਆ ਗਿਆ ਵੀ ਇਹਨਾਂ ਨੂੰ ਗਾਂ ਵੀ ਮਾਰ ਦੇਣੀ ਹੈ।
ਗਾਂ ਦੀ ਵੀ ਹੱਤਿਆ ਕਰ ਦੇਣੀ ਹੈ। ਔਰ ਕੁਝ ਡੰਗਰ ਜਿਹੜੇ ਸੀ ਉਹ ਬੁੱਚੜ ਹੋਰ ਲਈ ਜਾ ਰਹੇ ਨੇ ਹੱਤਿਆ ਹਿੱਤ। ਤੇ ਬਾਬਾ ਜੱਸਾ ਜੀ ਨੇ ਫਿਰ ਉੱਥੇ ਮੈਦਾਨ ਵਿੱਚ ਜਿਹੜਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸੰਗ ਕੀਤਾ ਸੀ। ਔਰ ਉਸ ਸੰਗ ਸਦਕਾ ਜੂਝਦੇ ਰਹੇ। ਤੁਰਕਾਂ ਦੇ ਨਾਲ ਜੰਗ ਕਰਦਿਆਂ ਉਹਨਾਂ ਦਾ ਸੀਸ ਜਿਹੜਾ ਸੀ ਧੜ ਤੋਂ ਕਲਮ ਹੋ ਗਿਆ। ਤੇ ਰਿਧਾਨ ਨਗਰ ਤੋਂ ਮਹਿਸਨਪੁਰ ਤੱਕ ਕਲਮ ਸੀਸ ਦੇ ਜਿਹੜਾ ਹੈ ਬਾਬਾ ਜੱਸਾ ਜੀ ਉੱਥੋਂ ਜੰਗ ਲੜਦਿਆਂ ਮਹਿਸਨਪੁਰ ਪਹੁੰਚੇ ਨੇ। ਤੇ ਜਿੱਥੇ ਅੱਜ ਆਪਾਂ ਗੁਰਦੁਆਰਾ ਸ੍ਰੀ ਚੇਲਿਆਣਾ ਸਾਹਿਬ ਦੇ ਦਰਸ਼ਨ ਕਰਦੇ ਆ ਨਾ ਗੁਰਮੁਖੋ, ਇੱਥੇ ਆ ਕਰਕੇ ਬਾਬਾ ਜੀ ਨੇ ਸਰੀਰ ਛੱਡਿਆ ਸੀ। ਗਾਵਾਂ ਦੀ ਸੇਵਾ ਵੀ ਹੁੰਦੀ ਆਈ ਹੈ ਤੇ ਗਾਵਾਂ ਦਾ ਵਿਰੋਧ ਜਿਹੜਾ ਹੈ ਉਹ ਅੱਜ ਤੱਕ ਹੁੰਦਾ ਆ ਰਿਹਾ ਹੈ। ਬਾਬਾ ਜੱਸਾ ਜੀ ਦੀ ਜਿਹੜੀ ਸੇਵਾ ਸੀ ਉਹ ਸੇਵਾ ਬਾਬਾ ਪਾਲਾ ਸਿੰਘ ਜੀ ਕਰਦੇ ਰਹੇ ਨੇ। ਸਮੇਂ ਦੇ ਨਾਲ ਇਹਨਾਂ ਨੇ ਵੀ ਬੁੱਚੜਾਂ ਦੇ ਕੋਲੋਂ ਕਈਆਂ ਮੱਝਾਂ ਝੋਟਿਆਂ ਨੂੰ ਜੀਵ ਜੰਤੂਆਂ ਦਾ ਖਿਆਲ ਰੱਖਿਆ। ਉਹਨਾਂ ਨੂੰ ਭੋਜਨ ਪ੍ਰਸ਼ਾਦਾ ਰਹੇ ਨੇ। ਇੱਥੇ ਸੁਖਮਨੀ ਸਾਹਿਬ ਦੇ ਜਬ ਬਚਨ ਆਉਂਦੇ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਉਹਨਾਂ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਿਆ, ਆਤਮਾ ਦੇ ਉੱਪਰ ਹੰਢਾਇਆ। ਇੱਥੇ ਅੱਗੇ ਜਾ ਕੇ ਬਚਨ ਆਉਂਦੇ ਨੇ, ਆਪਾਂ ਵਿਚਾਰਾਂਗੇ। ਉਹਨਾਂ ਦਾ ਲਿਬਾਸ ਸਾਦਾ ਰਿਹਾ, ਤਨ ਕਰਕੇ, ਬਾਹਰੋਂ ਧਨ ਕਰਕੇ ਔਰ ਅੰਦਰੋਂ ਕਹਿ ਲਈਏ ਮਨ ਕਰਕੇ ਵੀ ਸਿਰਫ ਇੱਕੋ ਧਿਆਨ ਸੀ ਪਰਮੇਸ਼ਰ ਦੇ ਨਾਲ। ਰੱਬ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਔਰ ਉੱਥੇ ਜਾ ਕਰਕੇ ਅੱਗੇ ਕਿਹਾ ਸੀ, ਗੁਰ ਕਾ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਔਰ ਗੁਰੂ ਦੇ ਘਰ ਰਹਿ ਕੇ ਗੁਰੂ ਦੀ ਆਗਿਆ ਵੀ ਸਹਾਰੀ ਹੈ। ਆਪਣਾ ਆਪ ਵੀ ਨਹੀਂ ਜਣਾਇਆ ਤੇ ਮਨ ਵੇਚਿਆ ਹੋਇਆ ਸੀ। ਮਨ ਵੇਚਾ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਬਾਬਾ ਜੀ ਨੇ ਮਨ ਜਿਹੜਾ ਸੀ ਉਹ ਪਹਿਲਾਂ ਦੇ ਦਿੱਤਾ ਸੀ ਤੇ ਕਾਰਜ ਘਰਾਂ ਵਿੱਚ ਜਿਹੜੇ 2-4 ਪਸ਼ੂ ਨੇ ਬੜੇ ਔਖੇ ਨੇ ਸੰਭਾਲਣੇ। 1-2 ਦਿਨ ਨਗਰ ਕਿਤੇ ਵਾਂਢੇ ਜਾਣਾ ਹੋਵੇ ਜਾਂ ਕਿਤੇ ਰਿਸ਼ਤੇਦਾਰ ਜਾਣਾ ਹੋਵੇ, ਆਂਢ ਗੁਆਂਢ 1-2 ਦਿਨ ਪੱਠੇ ਪਾਉਣ ਵਾਸਤੇ ਜਾਂ ਪਾਣੀ ਢਾਉਣ ਵਾਸਤੇ ਤਿਆਰ ਨਹੀਂ। ਤੇ ਬਾਬਾ ਪਾਲਾ ਸਿੰਘ ਜੀ ਨੇ 6-7 ਵਰਿਆਂ ਤੋਂ ਜਿਉਂ ਚੇਟਕੀ ਲੱਗੀ ਸੇਵਾ ਦੇ ਵਿੱਚ ਤੇ ਆਪ ਜੀ ਨੇ ਦਰਸ਼ਨ ਕੀਤੇ ਨੇ। ਰਹੀ ਸੇਵਾ ਦੇ ਵਿੱਚ ਕਿੰਨੀ ਗਾਵਾਂ ਦੀ ਗਿਣਤੀ ਹੈ, ਕਿੰਨੀ ਮੱਝਾਂ ਦੀ ਗਿਣਤੀ ਹੈ, ਬੱਕਰੀਆਂ ਭੇਡਾਂ ਊਠ ਵੀ ਰਹੇ ਨੇ ਮਹਾਂਪੁਰਖਾਂ ਦੇ ਸੰਗ ਵਿੱਚ, ਘੋੜੇ ਵੀ ਹਨ ਔਰ ਕੂਕਰ ਕੁੱਤਾ ਵੀ ਰਿਹਾ ਮਹਾਂਪੁਰਖਾਂ ਦੇ ਨਾਲ, ਜਿਹਦੇ ਆਪ ਜੀ ਨੇ ਦੀਦਾਰ ਵੀ ਕੀਤੇ ਨੇ ਫੋਟੋ ਦੇ ਉੱਤੇ। ਤੇ ਮਹਾਂਪੁਰਖਾਂ ਨੇ ਖਾਲੀ ਕਿਸੇ ਨੂੰ ਨਹੀਂ ਜਾਣ ਦਿੱਤਾ। ਆ ਥੋੜੇ ਦਿਨ ਹੋਏ ਮੈਨੂੰ ਕਿਸੇ ਨੰਗਲੀ ਦੇ ਸੱਜਣ ਨੇ ਇੱਕ ਉਹਨਾਂ ਦੇ ਜੀਵਨ ਦੀ ਘਟਨਾ ਦੱਸੀ ਹੈ। ਕਹਿੰਦਾ ਕਿ ਮੈਂ ਬਾਬਾ ਜੀ ਦੇ ਕੋਲ ਗਿਆ ਤੇ ਮਹਾਂਪੁਰਖਾਂ ਨੂੰ ਫਤਿਹ ਗਜਾਈ ਤੇ ਉਹਨਾਂ ਨੇ ਬਚਨ ਕੀਤਾ ਵੀ ਸਿੰਘਾ ਜਲਦੀ ਵਿਆਹ ਕਰਵਾ ਲਾ, ਤੇਰੀ ਨੌਕਰੀ ਛੁੱਟ ਜਾਣੀ। ਤੇ ਜੇ ਨੌਕਰੀ ਛੁੱਟ ਗਈ ਤੇ ਦੁਬਾਰਾ ਤੇਰਾ ਵਿਆਹ ਨਹੀਂ ਹੋਣਾ ਤੇ ਨਾ ਨੌਕਰੀ ਮਿਲਣੀ। ਤੇ ਵਿਆਹ ਤੋਂ ਬਾਅਦ ਉਹਨਾਂ ਕਿਹਾ ਵੀ ਤੂੰ ਬਾਹਰ ਵੀ ਚਲੇ ਜਾਣਾ। ਤੇ ਕਹਿੰਦਾ ਮੈਂ ਯਕੀਨ ਜਿਹਾ ਤਾਂ ਨਹੀਂ ਕੀਤਾ, ਪਰ ਬਾਬਾ ਜੀ ਦਾ ਪ੍ਰਤਾਪ ਸੁਣ ਕੇ ਥੋੜਾ ਜਿਹਾ ਉਦਮ ਕੀਤਾ, ਭਰੋਸਾ ਰੱਖਿਆ ਵੀ ਸ਼ਾਇਦ ਏਦਾਂ ਹੋ ਨਾ ਜਾਵੇ। ਵਿਆਹ ਕਹਿੰਦਾ ਮੈਂ ਕਰਵਾ ਲਿਆ ਤੇ ਥੋੜਾ ਹੀ ਸਮਾਂ ਲੰਘਿਆ। ਨੰਗਲੀ ਦਾ ਸਿੰਘ ਆ, ਜਿਉਂਦਾ ਜਾਗਦਾ ਜੇ ਮਿਲ ਸਕਦੇ ਹੋ। ਥੋੜਾ ਸਮਾਂ ਲੰਘਿਆ ਤੇ ਕਹਿੰਦਾ ਮੇਰੀ ਨੌਕਰੀ ਜਿਹੜੀ ਉਹ ਸੱਚੀ ਛੁੱਟ ਗਈ। ਤੇ ਵਿਆਹ ਤੋਂ ਬਾਅਦ, ਨੌਕਰੀ ਛੁੱਟਣ ਤੋਂ ਬਾਅਦ ਜਿਹੜਾ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਉਹ ਵੀ ਫੇਰ ਅਟੱਲ ਹੋ ਗਿਆ, ਬਾਹਰ ਦਾ ਕੰਮ ਵੀ ਬਣ ਗਿਆ। ਤੇ ਹੁਣ ਉਹਦੀ ਇੱਥੇ ਮੈਂ ਤੇ ਆਪਣਾ ਬਾਜ਼ਾਰ ਹੈ, ਇਹਦੇ ਤੋਂ 2-3 ਦੁਕਾਨਾਂ ਛੱਡ ਕੇ ਉਰਲੇ ਪਾਸੇ ਉਹਦੀ ਦੁਕਾਨ ਆ, ਦੁਕਾਨ ਕਰਦਾ। ਅਜੇ ਜਿਹਨੇ ਦਰਸ਼ਨ ਕਰਨੇ ਹੋਣ ਜਾਂ ਮਿਲਣਾ ਆਵੇ ਪ੍ਰਤੱਖ ਤੌਰ ਤੇ ਮਿਲ ਸਕਦਾ। ਬਾਕੀ ਮਹਾਂਪੁਰਖਾਂ ਦਾ ਜੀਵਨ ਜਿਹੜਾ ਏ ਉਹ ਸਾਰਾ ਆਪ ਜੀ ਨੇ ਸਰਵਨ ਕੀਤਾ ਏ। ਮਹਾਂਪੁਰਖਾਂ ਦੇ ਕੋਲ ਸਠਿਆਲੇ ਨਗਰ ਵਿਖੇ ਇੱਕ ਮਾਈ ਆਈ ਸੀ ਤੇ ਉਹਨੇ ਆਪਣੀ ਨਾਂਹ ਨੂੰ ਅੱਗੇ ਕਰਕੇ ਕਿਹਾ ਵੀ ਮਹਾਂਪੁਰਖੋ ਕਿਰਪਾ ਕਰੋ,
ਪੁੱਤਰ ਦੀ ਦਾਤ ਬਖਸ਼ੋ। ਤੇ ਮਹਾਂਪੁਰਖਾਂ ਨੇ ਦਾਤ ਦੀ ਜਿਹੜੀ ਬਖਸ਼ਣੀ ਸੀ ਉਹ ਬਖਸ਼ਣੀ ਸੀ, ਪਰ ਇੱਕ ਬਚਨ ਕੀਤਾ। ਕਹਿਣ ਲੱਗੇ ਮਾਤਾ, ਪਹਿਲਾਂ 2-3 ਵਾਰ ਚੁੱਪ ਰਹੇ। ਜਦੋਂ ਮਾਤਾ ਨੇ ਜ਼ਿਆਦਾ ਖੜਾ ਕੀਤਾ ਨਾ ਤੇ ਕਹਿਣ ਲੱਗੇ ਮਾਤਾ, ਕਦੇ 2-3 ਮਹੀਨੇ ਤੋਂ ਬਾਅਦ ਘਰ ਕੋਈ ਕੱਟਾ ਬੱਛਾ ਰਹਿਣ ਦਿੱਤਾ ਹੀ? ਤੇ ਗੁਰਮੁਖੋ ਭਰੇ ਸੰਗ ਦੇ ਵਿੱਚ ਮਾਤਾ ਨੂੰ ਗੱਲ ਨਹੀਂ ਕੋਈ ਆਈ। ਦੱਸਦੇ ਮਹਾਂਪੁਰਖਾਂ ਨੇ ਘਰ ਬੈਠੇ ਦੀ ਵਾਰਤਾ ਇੱਥੇ ਦੱਸ ਦਿੱਤੀ ਸੰਗ ਦੇ ਵਿੱਚ ਵੀ ਘਰ 2-3 ਮਹੀਨੇ ਤੋਂ ਬਾਅਦ ਵੱਧ ਜੇ ਕੋਈ ਕਟਾ ਬੱਛਾ ਰੱਖਿਆ ਤੇ ਦੱਸ, ਅੱਜ ਪੁੱਤਰ ਲੱਭਦੀ ਹੈ। ਕਹਿੰਦੇ ਜਾ ਫੇਰ ਦੁਬਾਰਾ ਆਵੀਂ, ਫੇਰ ਸਤਿਗੁਰੂ ਕਿਰਪਾ ਕਰਨਗੇ। ਇਸ ਤਰ੍ਹਾਂ ਉਹਨਾਂ ਨੇ ਗੁਰਮੁਖੋ ਬਚਨਾਂ ਦੇ ਵਿੱਚ ਹੀ ਜਿਹੜੀ ਕਲਾ ਵਰਤਾ ਕਰਕੇ ਤੇ ਸਿੱਖਾਂ ਦੇ ਵਿੱਚ ਜਿਹੜੀ ਸੀ ਗੁਰੂ ਦੀ ਮਹਿਮਾ ਵਰਤਾਈ। ਬਾਬਾ ਬਕਾਲਾ ਸਾਹਿਬ ਵਿਖੇ ਛਾਉਣੀ ਨਿਹੰਗ ਸਿੰਘਾਂ, ਇੱਥੇ ਗੁਰਮੁਖੋ ਇੱਕ ਬਾਬਾ ਜੀ ਨੂੰ ਮਿਲਣ ਗਿਆ ਤੇ ਉਹ ਜਾਪ ਕਰ ਰਿਹਾ ਸੀ। ਕਹਿੰਦਾ ਮੈਂ ਸਹਿਜ ਸੁਭਾਅ ਹੀ ਕਹਿ ਦਿੱਤਾ, ਜਿੱਦਾਂ ਆਪਾਂ ਵੀ ਕਈ ਵਾਰ ਕੋਈ ਗੱਲ ਚੜੀ ਹੋਵੇ ਨਾ ਮੂੰਹ ਤੇ ਆਮ ਕਹਿ ਦਿੰਦੇ ਆ ਵਾਹਿਗੁਰੂ ਧੰਨ ਗੁਰੂ ਨਾਨਕ। ਇੱਦਾਂ ਕਹਿੰਦਾ ਮੈਂ ਬਾਬਾ ਜੀ ਦੇ ਨੇੜੇ ਗਿਆ ਤੇ ਉਹ ਕਹਿਣ ਲੱਗੇ, ਸਹਿਜ ਸੁਭਾਅ ਨਿਕਲ ਗਿਆ ਧੰਨ ਗੁਰੂ ਤੇਗ ਬਹਾਦਰ। ਤੇ ਕਹਿੰਦਾ ਬਾਬਾ ਜੀ ਕਹਿਣ ਲੱਗੇ ਇੱਧਰ ਆ। ਆਵਾਜ਼ ਮਾਰੀ, ਪੁੱਛਿਆ, ਕਹਿੰਦੇ ਇੱਦਾਂ ਨਹੀਂ ਕਹਿਣਾ। ਜਿਹੜਾ ਅਰਦਾਸ ਦਾ ਬਚਨ ਆਉਂਦਾ ਹੈ ਨਾ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਈ। ਕਹਿੰਦੇ ਇੱਦਾਂ ਜਾਪ ਕਰਿਆ ਕਰਨਾ ਹੈ। ਇਤਿਹਾਸ ਦੇ ਵਿੱਚ ਬਾਬਾ ਅਮਰਦਾਸ ਗੁਰੂ ਬਣ ਤੋਂ ਪਹਿਲਾਂ ਤੇ ਭਾਈ ਮੇਹਾਂ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਆ, ਇਹਨਾਂ ਦੋਵਾਂ ਦਾ ਬੜਾ ਇਤਿਹਾਸ 'ਚ ਰੌਲਾ ਚੱਲਿਆ ਵੀ ਨਹੀਂ ਇੱਦਾਂ ਹੋ ਨਹੀਂ ਸਕਦਾ। ਭਾਈ ਮੇਹਾਂ ਗੁਰੂ ਘਰ ਦਾ ਗਾਗਰੀਆ ਸਿੱਖ ਰਿਹਾ ਏ। ਸਤਿਗੁਰੂ ਜੀ ਇੱਕ ਨਗਰ ਵਿੱਚ ਗਏ ਤੇ ਉੱਥੇ ਜਲ ਦੀ ਬਹੁਤ ਜ਼ਿਆਦਾ ਲੋੜ ਸੀ ਤੇ ਜਲ ਹੈ ਬੜੀ ਦੂਰ ਸੀ, ਖੂਹਾਂ ਦਾ ਯੁੱਗ ਸੀ। ਤੇ ਭਾਈ ਮੇਹੇ ਨੇ ਦੱਸਦੇ ਉਹ ਗਾਗਰ ਚੁੱਕੀ ਆ ਤੇ ਜਲ ਲਿਆਉਣਾ ਸ਼ੁਰੂ ਕੀਤਾ। ਸਿਰ ਦੇ ਉੱਪਰ ਗਾਗਰਾਂ ਲਿਆ ਭਰ ਭਰ ਕੇ ਜਲ ਦੀਆਂ ਲਿਆਉਂਦਾ ਰਿਹਾ ਤੇ ਲਿਆ ਕੇ ਗਾਗਰਾਂ ਗੁਰੂ ਸਾਹਿਬ ਦੇ ਕੋਲ ਰੱਖਦਾ ਰਿਹਾ। ਤੇ ਕੁਦਰਤੀ ਤੌਰ ਤੇ ਪਰਮੇਸ਼ਰ ਦਾ ਭਾਣਾ ਵੀ ਸਰੀਰ ਦਾ ਜਿਹੜਾ ਸਿਰ ਦਾ ਮਾਸ ਸੀ ਨਾ ਉਹ ਰਗੜ ਰਗੜ ਕੇ ਛਿਲਿਆ ਗਿਆ। ਪਾਣੀ ਪੈਂਦਾ ਰਿਹਾ, ਸਿਰ ਤੇ ਦਸਤਾਰਾ ਚੜਿਆ ਰਿਹਾ। ਹੌਲੀ ਹੌਲੀ ਸਿਰ ਦੇ ਵਿੱਚ ਕਿਰਮ ਪੈਦਾ ਹੋ ਗਏ। ਮੰਨਣਾ ਬੜਾ ਔਖਾ ਇਤਿਹਾਸ ਪੜ੍ਹ ਕੇ ਵੀ ਕਿਰਮ ਸਿਰ ਦੇ ਵਿੱਚ ਚੱਲਦੇ ਜੀਂਦੇ ਬੰਦੇ ਦੇ ਹੋਣ ਤੇ ਉਹਨੂੰ ਸੁਰਤ ਨਾ ਹੋਵੇ। ਪਰ ਉਹਨਾਂ ਨੇ ਉਹ ਸੁਰਤ ਜਿਹੜੀ ਸੀ ਸੇਵਾ ਵੱਲੋਂ ਨਾ ਮੋੜੀ। ਤੇ ਜਦੋਂ ਸੇਵਾ ਵੱਲੋਂ ਸੁਰਤ ਨਾ ਮੋੜੀ, ਸਿਰ ਦੇ ਉੱਤੋਂ ਇੱਕ ਦਿਨ ਦੁਮਾਲਾ ਖੋਲਿਆ ਕਾਫੀ ਲੰਬੇਰੇ ਸਮੇਂ ਬਾਅਦ, ਚਰਨਕਾਲ ਬਾਅਦ। ਤੇ ਜਦੋਂ ਏਦਾਂ ਦੁਮਾਲਾ ਸਿਰ ਦਾ ਲਾਇਆ, ਦਸਤਾਰਾ ਵਧਾਇਆ ਤੇ ਸਿਰ ਚੋਂ ਕਿਰਮ ਲੱਥ ਕੇ ਤੇ ਪੈਰਾਂ 'ਚ ਡਿੱਗ ਗਿਆ। ਵੇਖਿਆ ਕਿਰਮ ਵੱਲ, ਇੱਕ ਵਾਰ ਕਿਰਮ ਵੱਲ ਵੇਖਦੇ ਨੇ, ਇੱਕ ਵਾਰ ਹੱਥ 'ਚ ਫੜਿਆ ਦੁਮਾਲਾ ਦਸਤਾਰਾ ਦੇਖਦੇ ਨੇ। ਮਨ ਦੇ ਵਿੱਚ ਉਹ ਸਵਾਲ ਆਇਆ ਵੀ ਇਹਨੂੰ ਜੇ ਹੁਣ ਮੈਂ ਇੱਥੇ ਹੀ ਰਹਿਣ ਦੇਵਾਂ ਤੇ ਹੋ ਸਕਦਾ ਕਿਸੇ ਦੇ ਪੈਰ ਥੱਲੇ ਆ ਕੇ ਇਹਦੀ ਮੌਤ ਹੋ ਜੇ। ਜੇ ਇਹਨੂੰ ਚੁੱਕ ਕੇ ਪਾਸੇ ਰੱਖ ਦੇਵਾਂ ਤੇ ਹੋ ਸਕਦਾ ਹੈ ਭੁੱਖ ਦੇ ਕਾਰਨ ਮੌਤ ਹੋ ਜੇ। ਤੇ ਗੁਰਮੁਖੋ ਭਾਈ ਮੇਹੇ ਨੇ ਉਹ ਚੁੱਕ ਕਰਕੇ ਕਿਰਮ ਹੱਥ ਦੇ ਨਾਲ ਤੇ ਫਿਰ ਸਿਰ ਦੇ ਵਿੱਚ ਹੀ ਰੱਖ ਲਿਆ ਸੀ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਸਾਰੀ ਘਟਨਾ ਬਿਆਨ ਹੈ। ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਤੇ ਦਾਸ ਦੇ ਕੋਲ ਗ੍ਰੰਥ ਹੈ, ਕਰਾ ਦੇਗਾ। ਮੈਂ ਉਹ ਸਾਰਾ ਪ੍ਰਸੰਗ ਪੜ੍ਹਿਆ। ਪ੍ਰਸੰਗ ਕਾਫੀ ਲੰਬੇਰਾ ਏ। ਤੇ ਇਹ ਘਟਨਾ ਕਰਦਿਆਂ ਕਰਦਿਆਂ ਮਾਤਾ ਨਾਨਕੀ ਜੀ ਨੇ ਦਰਸ਼ਨ ਕਰ ਲਿਆ। ਜਦੋਂ ਏਦਾਂ ਕਿਰਮ ਚੁੱਕ ਕੇ ਸਿਰ 'ਚ ਰੱਖਿਆ ਤੇ ਮਾਤਾ ਨਾਨਕੀ ਜੀ ਨੇੜੇ ਹੀ ਖੜੇ ਨੇ। ਉਹਨਾਂ ਨੇ ਵੇਖ ਲਿਆ। ਵੇਖੋ ਮਾਤਾ ਨਾਨਕੀ ਕਿੱਡੇ ਭਾਗਾਂ ਵਾਲੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਹੁੰ ਬਣਦੀ ਹੈ ਰਿਸ਼ਤੇ ਵਿੱਚ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਧਰਮ ਸਵਤਨੀ ਨੇ। ਔਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜਨਨੀ ਮਾਤਾ ਹੈ। ਕਿੱਡੀ ਵੱਡੀ ਬਖਸ਼ਿਸ਼ ਹੋਈ ਹੈ ਉਹਨਾਂ ਦੇ ਜੀਵਨ ਦੇ ਵਿੱਚ। ਉਹਨਾਂ ਨੇ ਜਿਹੜਾ ਇਹ ਭਾਣਾ ਬਖਸ਼ਿਆ ਵਰਤਿਆ ਵੇਖ ਲਿਆ ਤੇ ਉਹਨਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾ ਕਰਕੇ ਸਾਰੀ ਵਾਰਤਾ ਦੱਸੀ ਤੇ ਇਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕੀਤੀ।
ਹੋਰ ਵੀ ਕਈ ਅਨੇਕਾਂ ਘਟਨਾਵਾਂ ਜਿਹੜੀਆਂ, ਕਿਉਂਕਿ ਸੇਵਾ ਦੇ ਵਿੱਚੋਂ ਬੜਾ ਕੁਝ ਮਿਲਦਾ ਹੈ। ਸੇਵਾ ਜਿਹੜੀ ਕਰੇ ਭਾਵਨਾ ਦੇ ਨਾਲ। ਗੁਰਬਾਣੀ ਦਾ ਮਹਾਵਾਕ ਜਿਹੜਾ ਆਪ ਜੀ ਨੂੰ ਸਰਵਣ ਕੰਠ ਵੀ ਆ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ। ਇੱਕ ਬਚਨ ਆਉਂਦਾ ਹੈ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਆਪਾਂ ਸਾਰੇ ਹੀ ਕਰਦੇ ਹਾਂ, ਪਰ ਸਫਲ ਕਿਹੜੀ ਆ? ਜਿਹੜੀ ਗੁਰੂ ਨੂੰ ਪ੍ਰਵਾਨ ਹੋਵੇ, ਜਿਹੜੀ ਨਿਹਕਾਮ ਹੋ ਕੇ ਕੀਤੀ ਜਾਵੇ। ਕਾਮਨਾ ਵਾਲੀ ਸੇਵਾ ਤੇ ਅਸੀਂ ਆਪਣੇ ਨਾਲ ਹੀ ਲੈ ਜਾਂਦੇ ਹਾਂ। ਉਨੀ ਸੇਵਾ ਨਹੀਂ ਜਿੰਨੀ ਕਾਮਨਾ ਹੋ ਜਾਂਦੀ ਆ, ਕਿਉਂਕਿ ਸੇਵਾ ਥੋੜ੍ਹੀ ਮੰਗਣ ਬਹੁਤਾ, ਇਹ ਗੁਰਬਾਣੀ ਦਾ ਫਰਮਾਨ ਹੈ। ਸੋ ਰਹੋ ਵਿਚਾਰ। ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਆਇਆ ਹੈ, ਮਨ ਵੇਚਾ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਭਾਈ ਮੇਘੇ ਨੇ ਸੇਵਾ ਵਿੱਚੋਂ ਬ੍ਰਹਮ ਗਿਆਨ ਲਿਆ ਹੈ, ਔਰ ਅੱਜ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਵੀ ਬੈਠੇ ਹਾਂ, ਕਿਉਂਕਿ ਅੱਜ ਤੱਕ ਵੇਖੋ ਬਾਬਾ ਜੀ ਕਦੋਂ ਦੇ ਸੱਚਖੰਡ ਗਏ ਨੇ ਸਰੀਰ ਤੋਂ, ਅੱਜ ਤੱਕ ਜਿਹੜਾ ਹੈ ਉਹਨਾਂ ਦੇ ਬਹੁਤ ਨਗਰਾਂ ਵਿੱਚ ਉਹਨਾਂ ਦੇ ਦੁਸ਼ਹਿਰੇ ਨੂੰ ਸਮਰਪਿਤ, ਉਹਨਾਂ ਦੀ ਕਮਾਈ ਬੰਦਗੀ ਸੇਵਾ ਨੂੰ, ਉਹਨਾਂ ਦੇ ਪ੍ਰਤਾਪ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਨੇ ਵੱਖੋ ਵੱਖਰੇ ਨਗਰਾਂ ਦੇ ਵਿੱਚ। ਅੱਜ ਵੀ ਖੋਜਗੀਪੁਰ ਨਗਰ ਹੈ ਗੋਇੰਦਵਾਲ ਸਾਹਿਬ ਦੇ ਨੇੜੇ ਹੀ, ਉੱਥੇ ਵੀ ਅੱਜ ਹਾਜ਼ਰੀ ਭਰ ਕੇ ਆਏ ਉਸਤਾਦ ਜੀ ਦੇ ਨਾਲ। ਹੋਰ ਵੀ ਬੇਅੰਤ ਨਗਰਾਂ ਵਿੱਚ ਕਈ ਥਾਂ ਇਹੋ ਜਿਹੇ ਨੇ। ਗੁਰਮੁਖਵਾ ਵੱਡੀ ਰੰਗਲੀ ਆ ਮੈਤੇ ਦਮਦਮੀ ਟਕਸਾਲ ਦੇ ਨੇੜੇ, ਇੱਥੇ 100 ਪਾਠ ਦੀ ਲੜੀ ਚੱਲ ਰਹੀ ਹੈ ਧੰਨ ਬਾਬਾ ਪਾਲਾ ਸਿੰਘ ਜੀ ਦੀ ਯਾਦ ਵਿੱਚ। 100 ਪਾਠ ਦੀ ਅਖੰਡ ਪਾਠ ਸਾਹਿਬ ਜੀ ਦੀ। ਅਰੇ ਸਾਰੇ ਲਗਭਗ 12 ਕਿ 13 ਪਾਠ ਹੋਏ ਨੇ ਤੇ 100 ਪਾਠ ਹੋਣਾ। ਤੇ ਉਹ ਨਗਰ ਦੀ ਕੀ ਇੱਛਾ ਹੈ ਵੀ ਜਿੱਦਣ 100 ਪਾਠ ਦਾ ਭੋਗ ਪਿਆ ਉੱਥੋਂ ਨਗਰ ਕੀਰਤਨ ਕੱਢਣਾ ਬਾਬਾ ਪਾਲਾ ਸਿੰਘ ਜੀ ਦੀ ਯਾਦ ਨੂੰ। ਤੇ ਉੱਥੇ ਜਿੱਥੇ ਮਹਾਂਪੁਰਖਾਂ ਦਾ ਸੰਸਕਾਰ ਅੰਗੀਠਾ ਸਾਹਿਬ ਬਣ ਰਿਹਾ ਹੈ ਨਾ, ਉੱਥੇ ਉਹਨਾਂ ਨਗਰ ਕੀਰਤਨ ਕਰਨਾ ਹੈ। ਇੰਨੀ ਉਹਨਾਂ ਦੀ ਕਮਾਈ ਆ। ਨਹੀਂ ਤੇ ਘਰ ਵਿੱਚ ਜਾਂ ਗੁਰਦੁਆਰੇ ਸਾਲ ਬਾਅਦ ਇੱਕ ਅਖੰਡ ਪਾਠ ਸਾਹਿਬ ਕਰਾਉਣਾ ਹੋਵੇ ਤੇ ਗਰਾਈ ਨਹੀਂ ਪੂਰੀ ਹੁੰਦੀ। ਤੇ 100 ਲੜੀਵਾਰ ਗੁਰਬਾਣੀ ਦਾ ਜਾਪ, ਇਹ ਉਹਨਾਂ ਦੀ ਕਮਾਈ, ਉਹਨਾਂ ਦੀ ਬੰਦਗੀ ਹੈ। ਤੇ ਗੁਰਬਾਣੀ ਵਿੱਚ ਬਚਨ ਆਇਆ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਾਰੇ ਬਚਨ ਗੁਰਬਾਣੀ ਦੇ ਉਹਨਾਂ ਨੇ ਹੰਢਾ ਕੇ ਦੱਸੇ ਨੇ। ਫਿਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਵਾਰਤਾ ਚੱਲਦੀ ਆ, ਜਦੋਂ 71 ਸਾਲ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਗਏ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲ ਨਾਮ ਲੈਣ ਵਾਸਤੇ। ਤੇ ਉੱਥੋਂ ਉਹਨਾਂ ਨੂੰ ਇੱਕ ਨਾਮ ਪ੍ਰਤੀ ਕੀ ਮਿਲਿਆ? ਗਾਗਰ ਮਿਲੀ ਹੈ ਕਿ ਪੁਰਖਾ ਤੂੰ ਰੋਜ਼ ਬਿਆਸਾ ਦਰਿਆ ਤੋਂ ਭਰ ਕੇ ਲਿਆਉਣੀ ਆ ਤੇ ਇੱਥੇ ਸੇਵਾ ਵਿੱਚ ਜਲ ਵਰਤਿਆ ਕਰੇਗਾ। ਤੇ ਗੁਰਮੁਖੋ 12 ਸਾਲ ਲਿਖੇ ਨੇ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਨੇ। ਤੇ ਜਿੱਥੋਂ ਖਡੂਰ ਸਾਹਿਬ ਤੋਂ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਨਾ ਨੇੜੇ ਹੀ, ਇੱਥੋਂ ਤੱਕ ਪੁੱਠੇ ਪੈਰ ਚੱਲ ਕੇ ਜਾਇਆ ਕਰਦੇ ਸਨ ਗਾਗਰ ਲੈ ਕੇ। ਸਤਿਕਾਰ ਇੰਨਾ ਸੀ ਵੀ ਮੇਰੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਪਿੱਠ ਨਾ ਹੋ ਜਾਵੇ। ਤੇ ਉਹਨਾਂ ਇਹ ਮਨ ਦੇ ਵਿੱਚ ਇੱਛਾ ਲੈ ਕੇ ਪੁੱਠੇ ਪੈਰ ਚੱਲਣਾ ਹੈ। ਤੇ ਜਿੱਥੇ ਜਾ ਕਰਕੇ ਗੁਰਦੁਆਰਾ ਦਮਦਮਾ ਸਾਹਿਬ ਆ ਉੱਥੇ ਨਮਸਕਾਰ ਕਰਕੇ ਤੇ ਫਿਰ ਬਿਆਸਾ ਦਰਿਆ ਨੂੰ ਮੁਖ ਕਰਨਾ। 12 ਸਾਲ ਇਸ ਤਰ੍ਹਾਂ ਉਹਨਾਂ ਨੇ ਝੱਖੜ ਝਾਂਗੀ ਮੀਂਹੋਂ ਵਰਸਾ, ਜਿੰਨੀਆਂ ਵੀ ਭਾਵਨਾਵਾਂ, ਸਿਆਲ ਆਇਆ, ਗਰਮੀ ਆਈ, ਮੀਂਹ ਹਨੇਰੀ ਆਈ ਆ, ਜਲ ਦੀ ਸੇਵਾ ਨਿਤਾ ਪ੍ਰਤੀ ਇਕਾਗਰਤਾ ਦੇ ਨਾਲ ਆਉਂਦੀ ਰਹੀ ਹੈ। ਬੜੀ ਔਖੀ ਹੈ ਸੇਵਾ ਕਰਨੀ। ਤੇ ਉਹ ਵੀ 12 ਸਾਲ। ਤੇ ਕੀ ਮਿਲਦਾ ਰਿਹਾ 12 ਸਾਲਾਂ ਦੇ ਵਿੱਚ? ਇੱਕ ਸਾਲ ਬਾਅਦ ਇੱਕ ਸਿਰੋਂ ਪਾਓ ਮਿਲਦਾ ਰਿਹਾ, ਜਿਹੜਾ ਅੱਜ ਸਾਨੂੰ ਇੱਕ 100 ਰੁਪਈਏ ਦੀ ਅਰਦਾਸ ਕਰਾਉਂਦਿਆਂ ਮਿਲ ਜਾਂਦਾ ਨਾ, ਉਹਦੀ ਕਦਰ ਘਟ ਗਈ ਹੈ, ਕਿਉਂਕਿ 100 ਦਾ ਸਸਤਾ ਮਿਲ ਜਾਂਦਾ ਹੈ। ਇੱਕ ਸਾਲ ਸੇਵਾ ਕਰਨੀ ਤੇ ਸਾਲ ਬਾਅਦ ਇੱਕ ਸਰੋਪਾ ਮਿਲਦਾ ਸੀ ਤੇ ਉਹ ਸਿਰ ਤੇ ਚੜਾਇਆ ਜਾਂਦਾ ਸੀ ਵੀ ਮੇਰੇ ਗੁਰੂ ਦੀ ਬਖਸ਼ਿਸ਼ ਹੈ, ਇਹ ਮੇਰੇ ਗੁਰੂ ਨੇ ਦਿੱਤਾ, ਗੁਰੂ ਦੀ ਨਿਸ਼ਾਨੀ ਹੈ, ਗੁਰੂ ਦੀ ਕਿਰਪਾ ਹੈ। ਤੇ 12 ਸਿਰੋਂ ਪਾਓ ਮਿਲੇ ਤੇ 12 ਦੇ 12 ਹੀ ਸਿਰ ਤੇ ਚੜਾਏ ਹੋਏ ਨੇ। ਵੱਡਾ ਜਿਹੜਾ ਦਸਤਾਰਾ ਸੀ ਉਹਨਾਂ ਦਾ ਹੋਇਆ। ਇਤਿਹਾਸ 'ਚ ਇੱਥੋਂ ਤੱਕ ਮਿਲਿਆ ਵੀ ਉਹਨਾਂ ਨੇ ਰੱਸੀ ਦੇ ਨਾਲ ਦ੍ਰਿੜ ਕਰਕੇ ਬੱਧਾ ਹੋਇਆ ਸੀ।
ਤੇ ਜਦੋਂ ਜਲ ਲਿਆਉਂਦੇ ਰਹੇ ਨਾ, ਉਹਨਾਂ ਦੇ ਸਿਰ ਦੇ ਉੱਪਰ ਜਲ ਪੈ ਪੈ ਕੇ ਤੇ ਕਿਰਮ ਚੱਲ ਗਏ। ਕਿਰਮ ਚੱਲਦਿਆਂ ਚੱਲਦਿਆਂ ਛੋਟੇ ਛੋਟੇ ਕਿਰਮ ਚੱਲੇ, ਤੇ ਜਿਸ ਦਿਨ ਦੀ ਸੇਵਾ ਪੂਰੀ ਹੋਈ ਆ, ਜੁਲਾਹੇ ਵਾਲੀ ਘਟਨਾ ਵਾਪਰਦੀ ਹੈ ਵੀ ਅਮਰੂ ਨਥਾਵਾ ਹੀ ਆ ਰਾਤ ਕਲੀਲ ਦੇ ਰੁੱਖ ਦਾ ਜੋ ਉਹਨਾਂ ਨੂੰ ਠੇਡਾ ਲੱਗਾ ਸੀ, ਜਿੱਥੋਂ ਗਾਗਰ ਦੀ ਵਾਰਤਾ ਸ਼ੁਰੂ ਹੋਈ। ਫਿਰ ਉਥੋਂ ਨਾ ਆ ਕੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਮਿਲੇ, ਲੇਟ ਆਏ, ਤੇ ਪੁੱਛਿਆ ਸਤਿਗੁਰੂ ਜੀ ਨੇ ਵੀ ਲੇਟ ਬੜਾ ਆਏ ਹੋ, ਕਾਰਨ ਕੀ ਹੈ? ਤੇ 4-5 ਵਾਰ ਇੱਕੋ ਆਵਾਜ਼ ਆਈ ਹੈ ਵੀ ਸਤਿਗੁਰੂ ਜੀ ਤੁਸੀਂ ਸਰਬੱਗ ਹੋ, ਅੰਤਰਜਾਮੀ ਹੋ, ਜਾਣਦੇ ਹੋ। ਕਹਿਣ ਲੱਗੇ ਨਹੀਂ, ਫੇਰ ਵੀ ਦੱਸ ਵੀ ਕਿੱਥੋਂ ਆਇਆ, ਲੇਟ ਬੜਾ ਹੋ ਗਿਆ। ਤੇ ਇੱਕੋ ਬਚਨ ਹੋਇਆ ਸੀ ਵੀ ਸਤਿਗੁਰੂ ਜੀ ਮੈਂ ਢਹਿ ਪਿਆ ਸਾਂ ਰਸਤੇ ਦੇ ਵਿੱਚ। ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਕਿਹਾ ਸੀ 12 ਸਾਲ ਹੋ ਗਏ ਨੇ ਪੁਰਖਾ ਇਹ ਗੱਲ ਡੀਕਦੇ ਆ, ਵੇਖਦੇ ਆ ਵੀ ਢਹਿੰਦਾ ਕਿੱਦਣ ਹੈ, ਕਿੱਦਣ ਨੂੰ ਆਪਣੇ ਮੁਖ ਤੋਂ ਕਹਿਣਾ ਵੀ ਮੈਂ ਢਹਿ ਪਿਆ। ਕਹਿੰਦੇ ਆ ਜਾ, ਅੱਜ ਭਾਂਡਾ ਤਿਆਰ ਹੋਇਆ ਨਾਮ ਵਾਸਤੇ। 12 ਸਾਲ ਸੇਵਾ ਕੀਤੀ ਸੀ। ਭਾਈ ਲਹਿਣੇ ਨੇ 7 ਸਾਲ ਸੇਵਾ ਕੀਤੀ ਹੈ, ਕਿੱਕਰਾਂ ਤੇ ਚੜ੍ਹਨਾ ਪਿਆ, ਚਿੱਕੜ ਚੋਂ ਬਾਟਾ ਕੱਢਣਾ ਪਿਆ, ਨਦੀਨ ਦੀਆਂ ਪੰਡਾਂ ਚੁੱਕਣੀਆਂ ਪਈਆਂ ਨੇ, ਧਾਨਕ ਰੂਪ ਧਾਰ ਰਹਾ ਕਰਤਾਰ, ਕੂੜ ਮੁੱਠਾ ਜਦੋਂ ਝੂਠ ਦੀ ਪਾਣ ਜਿਹੜੀ ਚੁੱਕਣੀ ਪਈ, ਧਾਨਕ ਰੂਪ ਗੁਰੂ ਨਾਨਕ ਦੇ ਪਾਤਸ਼ਾਹ ਨੇ ਧਾਰਿਆ। ਉਦਣ ਵੀ ਭਾਈ ਲੈਣਾ ਅੱਗੇ ਅੱਗੇ ਜਾਂਦਾ, ਬਾਕੀ ਸਾਰੇ ਮੁੜ ਆਏ ਨੇ। ਅਨੇਕਾਂ ਘਟਨਾਵਾਂ ਆ ਥੋੜੇ ਦਿਨ ਹੋਏ ਨੇ, ਸ਼ਾਇਦ 26 ਤਰੀਕ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀ। ਭਾਈ ਜੇਠਾ ਜੀ ਨੇ ਕਿੰਨੀ ਘਾਲਣਾ ਘਾਲੀ ਹੈ। 6-7 ਵਰ੍ਹੇ ਦੀ ਉਮਰ ਸੀ, ਮਾਤਾ ਤੇ ਪਿਤਾ ਦਾ ਸਾਇਆ ਸਿਰ ਤੋਂ ਚਲਿਆ ਗਿਆ। ਨਾਨੀ ਨੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਵਾਇਆ। ਲਾਹੌਰ ਤੋਂ ਬਾਸਰ ਕੇ ਗਏ ਨੇ, ਬਾਸਰ ਕੇ ਤੋਂ ਫੇਰ ਜਾਂਦੇ ਨੇ ਗੋਇੰਦਵਾਲ ਸਾਹਿਬ। ਵੇਖੋ ਲਾਹੌਰ ਨੂੰ ਕਿੱਡੀ ਵੱਡੀ ਬਖਸ਼ਿਸ਼ ਦਿੱਤੀ ਹੈ। ਲਾਹੌਰ ਦੇ ਵਿੱਚ ਇੱਕ ਘਟਨਾ ਚੱਲਦੀ ਸੀ, ਤੇ ਉਹ ਘਟਨਾ ਦਾ ਨਾਮ ਕੀ ਸੀ ਭਲਾ? ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਦਿਨ ਚੜ੍ਹਦਿਆਂ ਸਵਾ ਪਹਿਰ ਇੱਥੇ ਜੀਵ ਹੱਤਿਆ, ਜੀਵ ਘਾਤ ਸ਼ੁਰੂ ਹੋ ਜਾਂਦਾ ਸੀ। ਤੇ ਗੁਰਬਾਣੀ ਦੇ ਵਿੱਚ ਇਹ ਬਚਨ ਦਰਜ ਕਰ ਦਿੱਤੇ ਗਏ। ਪਰ ਜਿਸ ਦਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ, ਮਾਤਾ ਦਇਆ ਕੌਰ ਭਾਈ ਹਰਦਾਸ ਜੀ ਦੇ ਘਰ 1534 ਵਿੱਚ, ਉਦਣ ਇਹ ਬਚਨ ਜਿਹੜੇ ਸੀ ਕਿਹੜੇ ਪਾਸੇ ਨੂੰ ਬਦਲੇ ਨੇ? ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। 1412 ਅੰਗ ਦੇ ਉੱਪਰ ਇਹ ਸ਼ਬਦ ਆਉਂਦਾ ਹੈ। ਉਹ ਲਾਹੌਰ ਜਿਹਨੂੰ ਜ਼ਹਿਰ ਕਹਿਰ ਪਾਪ ਦੇ ਨਾਲ ਨਿਵਾਜਿਆ ਗਿਆ, ਜਾਣਿਆ ਗਿਆ, ਜਿੱਦਣ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਉਹਨਾਂ ਦੀ ਸੇਵਾ ਵਿੱਚੋਂ ਇਹ ਬਚਨ ਆਏ ਨੇ, ਅੰਮ੍ਰਿਤਸਰ ਸਿਫਤੀ ਦਾ ਘਰ। ਉਹ ਲਾਹੌਰ ਅੱਜ ਅੰਮ੍ਰਿਤਸਰ ਬਣ ਗਿਆ, ਅੰਮ੍ਰਿਤ ਦਾ ਕੁੰਡ ਬਣ ਗਿਆ। ਵੇਖੋ ਗੁਰੂ ਸਾਹਿਬ ਦੀ ਕਿੱਡੀ ਵੱਡੀ ਬਖਸ਼ਿਸ਼ ਹੈ। ਔਰ ਇੰਨੀ ਸੇਵਾ ਕੀਤੀ, ਤੇ ਸੇਵਾ ਕਰਨ ਦੇ ਵਿੱਚ ਜਦੋਂ ਬੀਬੀ ਭਾਨੀ ਜੀ ਦੇ ਨਾਲ ਆਨੰਦ ਕਾਰਜ ਹੋਇਆ, ਉਸ ਤੋਂ ਬਾਅਦ ਵੀ ਉਹਨਾਂ ਨੇ ਕੋਈ ਦਮਾਦ ਹੋਣ ਦਾ ਮਾਣ ਨਹੀਂ, ਕੁਝ ਲੈਣ ਦੀ ਖੇਚਲ ਨਹੀਂ, ਨਾ ਮੰਗ ਕੀਤੀ ਆ, ਫੇਰ ਸੇਵਾ ਵਿੱਚ ਜੁਟੇ ਰਹੇ ਨੇ। 7 ਦਿਨ ਦਾ ਥੜੇ ਦੀ ਵਾਰਤਾ ਆਈ ਵੀ 7 ਦਿਨ ਥੜਾ ਬਣਾਇਆ ਤੇ ਢਾਇਆ। ਜਿੱਥੇ ਭਾਈ ਜੇਠਾ ਜੀ ਪਰਖ ਵਿੱਚ ਅੱਗੇ ਨਿਕਲੇ ਨੇ, ਬਾਕੀ ਸਾਰੇ ਪਿੱਛੇ ਰਹਿ ਗਏ ਨੇ। ਉਸ ਦਿਨ ਤੋਂ ਬਾਅਦ ਜਿਹੜੀ ਗੁਰਤਾ ਗੱਦੀ ਮਿਲਦੀ ਹੈ, ਤੇ ਉਹਦੇ ਤੋਂ ਬਾਅਦ ਵੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਕਿੰਨੀਆਂ ਬਖਸ਼ਿਸ਼ਾਂ ਵਰਤੀਆਂ ਰਹੀਆਂ ਨੇ, ਉਹ ਆਪ ਜੀ ਨੇ ਸਾਰੀਆਂ ਜਾਣੀਆਂ। ਕਿਉਂਕਿ ਦਾਸ ਨੂੰ 2 ਮਹੀਨੇ ਉੱਥੇ ਅਖੰਡ ਪਾਠੀ ਸਿੰਘਾਂ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਸੁਭਾਗ ਸੀ ਮਿਲਿਆ ਸੀ। ਬੜੀ ਕਿਰਪਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। 500 ਜਾਣਿਆਂ ਦਾ ਟੈਸਟ ਸੀ, ਤੇ ਉਹਦੇ ਵਿੱਚੋਂ ਸਿਰਫ 180 ਜਾਣੇ ਨਿਕਲੇ ਸੀ। ਉਹ 'ਚੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਮਾਣ ਬਖਸ਼ਿਆ ਸੀ। 2 ਮਹੀਨੇ ਉੱਥੇ ਸੇਵਾ ਨਿਭਾਈ ਆ। ਫਿਰ ਸੰਥਿਆ ਕਥਾ ਦੇ ਪੈਰੇ ਚੱਲਦੇ ਨੇ, ਇਸ ਕਰਕੇ ਨਹੀਂ ਉੱਥੇ ਰਿਹਾ ਗਿਆ। ਤੇ ਗੁਰਮੁਖੋ ਉੱਥੇ ਜਿਹੜਾ ਰਹਿੰਦਾ ਹੈ ਨਾ, ਉਹ ਉੱਥੋਂ ਦੀ ਜਾਣ ਸਕਦਾ ਹੈ। ਇੱਥੇ ਬੈਠ ਕੇ ਸੁਣਨਾ ਜਾਂ ਕਹਿ ਲੈਣਾ ਉਹ ਬੜੀ ਦੂਰ ਦੀ ਗੱਲ ਹੈ। ਉੱਥੇ ਰੋਜ਼ ਹੀ ਗੁਰੂ ਰਾਮਦਾਸ ਪਾਤਸ਼ਾਹ ਦੇ ਕੌਤਕ ਵਰਤਦੇ ਨੇ। ਉੱਥੇ ਰੋਜ਼ ਹੀ ਕੋਈ ਨਾ ਕੋਈ ਨਵੀਂ ਘਟਨਾ ਵਾਪਰਦੀ ਹੈ। ਔਰ ਇੱਧਰ ਕਿਹੜੀਆਂ ਬਖਸ਼ਿਸ਼ਾਂ ਵਾਪਰੀਆਂ ਨੇ।
ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਧੰਨ ਬਾਬਾ ਪਾਲਾ ਸਿੰਘ ਜੀ। ਪ੍ਰਤੱਖ ਤੌਰ ਤੇ ਇਹਨਾਂ ਦੇ ਵੀ ਲੱਤ ਦੇ ਉੱਪਰ ਕਿਰਮ ਨਿਕਲੇ ਸਨ, ਔਰ ਇਹਨਾਂ ਨੇ ਵੀ ਕਿਰਮ ਜਿਹੜਾ ਸੀ ਲੱਤ ਦੇ ਵਿੱਚ ਹੀ ਰੱਖ ਦਿੱਤਾ ਸੀ, ਫੇਰ ਵੀ ਇੱਥੇ ਹੀ ਰਹਿ, ਤੇਰੀ ਜਗ੍ਹਾ ਇੱਥੇ ਹੀ ਹੈ। ਗੁਰਬਾਣੀ ਦਾ ਇੱਕ ਬਚਨ ਆਉਂਦਾ ਹੈ, 12 ਮਾਹ ਮਾਹ ਦੇ ਵਿੱਚ ਸ਼ਬਦ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦਾ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਇੱਕ ਜੀਵ ਤੇ ਦਇਆ ਕਰਨੀ, 68 ਤੀਰਥਾਂ ਦਾ ਪੁੰਨ, ਦੋਵਾਂ ਦਾ ਫਲ ਇੱਕ ਬਰਾਬਰ ਕਹਿ ਦਿੱਤਾ ਹੈ। ਬੜਾ ਸੌਖਾ ਏ, ਕਿਸੇ ਨਗਰ ਨੂੰ ਵਸਤਰ ਦੇ ਦਈਏ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਦੇ ਦਈਏ, ਕਿਸੇ ਉਜੜੇ ਹੋਏ ਨੂੰ ਵਸਾ ਦਈਏ, ਕਿਸੇ ਰੋਂਦੇ ਹੋਏ ਨੂੰ ਹਸਾ ਦਈਏ, ਬੜਾ ਸੌਖਾ ਏ। ਇਹ ਦਇਆ ਕਰਨੀ ਬੜੀ ਸੌਖੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਗੁਰਬਾਣੀ 'ਚ ਕਹਿੰਦੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਦਇਆ ਉਦੋਂ ਆਉਂਦੀ ਆ ਜਦੋਂ ਚਿੱਤ ਵਿੱਚ ਪਾਰ ਬ੍ਰਹਮ ਆਵੇ। ਤੇ ਪਾਰ ਬ੍ਰਹਮ ਕਿੰਨਿਆਂ ਕੁ ਦੇ ਚਿੱਤ 'ਚ ਆਉਂਦਾ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕੋਟਨ ਮਹਿ ਨਾਨਕ ਕੋਊ, ਨਾਰਾਇਣ ਜਿਹ ਚੀਤ। ਤੇ ਜਪਜੀ ਸਾਹਿਬ ਵਿੱਚ ਪਾਤਸ਼ਾਹ ਨੇ ਕਿਹਾ, ਧਾਉਲ ਧਰਮ ਦਇਆ ਕਾ ਪੂਤ। ਦਇਆ ਨਹੀਂ ਤੇ ਧਰਮ ਨਹੀਂ, ਚਿੱਤ ਦੇ ਵਿੱਚ ਪਾਰ ਬ੍ਰਹਮ ਨਹੀਂ ਤੇ ਫਿਰ ਦਇਆ ਨਹੀਂ। ਫਿਰ ਦਇਆ ਦੀ ਵਿਚਾਰ ਹੈ ਵੀ ਬੜਾ ਸੌਖਾ, 68 ਤੀਰਥਾਂ ਦੇ ਨਾਲ ਸਾਰੇ ਕਰ ਲੈਂਦੇ ਨੇ, ਪਰ ਗੁਰਮੁਖੋ ਜੀਵ ਦੇ ਉੱਪਰ ਦਇਆ ਕਰਨੀ ਬੜੀ ਔਖੀ ਹੈ। ਫਸਲਾਂ ਦੇ ਵਿੱਚ ਆਪਾਂ ਸਪਰੇਅ ਕਰਦੇ ਹਾਂ, ਕਿੰਨੇ ਟਿੱਡੇ ਜਿਹੜੇ ਮਾਰ ਦਿੱਤੇ ਜਾਂਦੇ ਨੇ, ਭਾਵੇਂ ਸਾਨੂੰ ਬੜੀ ਉੱਥੇ ਲੋੜ ਹੁੰਦੀ ਹੈ, ਉੱਥੇ ਸਾਨੂੰ ਕਿਸੇ ਨੂੰ ਦਇਆ ਨਹੀਂ ਆਉਂਦੀ। ਦਇਆ ਕਹਿਣੀ ਤੇ ਕਰਨ ਵਿੱਚ ਬੜਾ ਫਰਕ ਪੈ ਜਾਂਦਾ ਹੈ। ਦਇਆ ਰੋਜ਼ਾਨਾ ਕਰਨੀ ਚਾਹੀਦੀ, ਆਪਣੇ ਮਨ ਤੇ ਕਰੀਏ, ਆਪਣੇ ਅੰਦਰਲੇ ਜੀਵ ਦੇ ਉੱਪਰ ਕਰੀਏ। ਉਸਤਾਦ ਜੀ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲੇ, ਅੱਗੇ ਉਹਨਾਂ ਦੇ ਉਸਤਾਦ ਜੀ ਨੇ ਸਵਾਮੀ ਨਿਰਮਲ ਚੇਤਨ ਜੀ, ਨਿਰਮਲੇ ਹੋਏ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸੁਖਮਨੀ ਸਾਹਿਬ ਦੀ ਕਥਾ ਬਹੁਤ ਕੀਤੀ ਹੈ, ਤੇ ਉਹਨਾਂ ਨੇ ਇਸ ਪੰਕਤੀ ਦੇ ਅਰਥ ਜਿਹੜੇ ਸੀ ਨਾ, ਉਹ ਅੰਦਰਲੇ ਜੀਵ ਤੇ ਖੜੇ ਸੀ। ਉਹ ਕਹਿੰਦੇ, ਬਾਹਰ ਭਾਵੇਂ 68 ਤੀਰਥਾਂ ਦੇ ਇਸ਼ਨਾਨ ਕਰ ਲੈ, ਪਰ ਜਿੰਨੇ ਸਮੇਂ ਤੱਕ ਅੰਦਰਲੇ ਜੀਵ ਤੇ ਤੂੰ ਦਇਆ ਨਹੀਂ ਨਾ ਕਰਦਾ, ਮਨ ਤੇ ਇਹ ਤੇ ਦਇਆ ਕਰਕੇ ਇਹਨੂੰ ਗੁਰੂ ਦੇ ਨਾਲ ਨਹੀਂ ਜੋੜਦਾ, ਉਨੇ ਸਮੇਂ ਤੱਕ ਤੈਨੂੰ ਇਹ ਗੁਰੂ ਦੀ ਬਖਸ਼ਿਸ਼ ਨਹੀਂ ਪ੍ਰਾਪਤ ਹੋਣੀ। 9 ਦੁਆਰੇ ਬਾਹਰ ਨੂੰ ਖੁੱਲਦੇ ਆ, 10ਵਾਂ ਅੰਦਰ ਜਾਂਦਾ। 9 ਦੁਆਰੇ ਬਾਹਰ ਨੂੰ ਖੁੱਲਦੇ ਆ ਤੇ 9 ਚੋਂ ਗੰਦਗੀ ਵੀ ਆ ਰਹੀ ਹੈ। ਕੰਨਾਂ ਦੇ ਵਿੱਚੋਂ ਮੈਲ ਹੈ, ਨੱਕ ਦੇ ਵਿੱਚੋਂ, ਨਾਸਕਾ ਵਿੱਚੋਂ ਮੈਲ ਹੈ, ਮੁੱਖ ਦੇ ਵਿੱਚੋਂ ਥੁੱਕ ਹੈ, ਇੰਦਰੀ ਦੇ ਵਿੱਚ ਗੰਦਗੀ ਹੈ, ਸਰੀਰ ਤੇ ਜਿਤਨੇ ਰੋਮ ਨੇ ਮੁੜਕੇ ਦੇ ਰਾਹੀਂ ਇਹ ਵੀ ਗੰਦਗੀ ਖੜਦੇ ਨੇ। ਤੇ 9 ਦੁਆਰੇ ਸੰਸਾਰ ਵੇਖਣ ਵਾਸਤੇ ਨੇ, ਇੱਕ ਦੁਆਰਾ 10ਵਾਂ ਏ, ਉਹਦਾ ਨਾਮ ਹੈ ਧਿਆਨ। ਇਹ 9 ਤੇ ਬਾਹਰ ਨੂੰ ਵੇਖਦੇ ਨੇ, ਪਾਤਸ਼ਾਹ ਕਹਿੰਦੇ ਧਿਆਨ ਅੰਦਰ ਰੱਖ, ਇਹਨਾਂ ਦੇ ਨਾਲ ਸੰਸਾਰ ਵੇਖ ਲਾ, ਪਰ ਧਿਆਨ ਜਿਹੜਾ ਹੈ ਉਹ ਨਿਰੰਕਾਰ ਵੇਖਣ ਵਾਸਤੇ ਲਾ। ਜਿਵੇਂ ਬਾਬਾ ਪਾਲਾ ਸਿੰਘ ਜੀ ਨੇ ਲਾਇਆ। ਸਰੀਰ ਤੇ ਨਾ ਕੁਝ ਪਾਉਣ ਦਾ ਸ਼ੌਂਕ, ਨਾ ਕਿਤੇ ਚੰਗੀ ਗੱਡੀ ਦਾ ਸ਼ੌਂਕ, ਕਹਿ ਲਈਏ ਤੇ ਬਾਬੇ ਨਾਨਕ ਜੀ ਦੇ ਵਾਂਗ ਤੁਰ ਕੇ ਸਾਰੀ ਦੁਨੀਆ ਗਾਈ ਹੈ। ਤੇ ਗੁਰਮੁਖੋ ਕਹਿਣੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਜਿਨ੍ਹਾਂ ਨੇ ਉਹਨਾਂ ਦਾ ਸੰਗ ਕੀਤਾ ਤੇ ਜਿਨ੍ਹਾਂ ਦੇ ਜੀਵਨ ਵਿੱਚ ਉਹਨਾਂ ਦੇ ਬਚਨ ਆਏ ਨੇ, ਉਹਨਾਂ ਨੂੰ ਇਹਨਾਂ ਬਖਸ਼ਿਸ਼ਾਂ ਦਾ ਪਤਾ। ਮੈਸਮਪੁਰ ਆਖਰੀ ਬਚਨ ਆਪ ਜੀ ਅੱਗੇ ਬੇਨਤੀ। ਮੈਸਮਪੁਰ ਵਿਖੇ ਮਹਾਂਪੁਰਖ ਜਦੋਂ ਲੰਘੇ ਤੇ ਇੱਕ ਮਾਤਾ ਨੂੰ ਕਹਿਣ ਲੱਗੇ ਕਿ ਮਾਤਾ ਲਵੇਰਾ ਲੈ ਜਾ ਘਰ ਦੇ ਵਿੱਚ। ਤੇ ਮਾਤਾ ਨੇ ਲਵੇਰਾ ਖੜਿਆ ਤੇ ਪਿੱਛੋਂ ਆਵਾਜ਼ ਮਾਰੀ ਹੈ, ਤੇ ਜੇਬ ਚੋਂ ਕੁਝ ਪੈਸੇ ਕੱਢ ਕੇ ਦਿੱਤੇ ਨੇ ਵੀ ਸਾਂਭ ਕੇ ਰੱਖ ਲੈ। ਤੇ ਜਿਸ ਦਿਨ ਬਾਬਾ ਜੀ ਸੱਚਖੰਡ ਨੂੰ ਜਾਂਦੇ ਇਹਨਾਂ ਨਾਲ ਗੁਰਮੁਖੋ, ਉਸ ਦਿਨ ਦੱਸਦੀ ਉਹ ਮਾਤਾ ਦੇ ਘਰ ਜਿਹੜੀ ਗਾਂ ਦੇ ਕੇ ਗਏ ਸੀ ਬਾਬਾ ਜੀ, ਉਹ ਗਾਂ ਨੇ 3 ਦਿਨ ਪੱਠੇ ਨਹੀਂ ਖਾਧੇ। ਰੋਂਦੀ ਰਹੀ ਆ ਗਾਂ, 3 ਦਿਨ ਪੱਠੇ ਨਹੀਂ ਖਾਧੇ, ਅਜੇ ਵੀ ਉਹ ਮੈਸਮਪੁਰ ਘਰ ਹੈ, ਉਹ ਗਾਂ ਬੱਝੀ ਹੈ। ਇੰਨੀ ਉਹਨਾਂ ਦੀ ਸੇਵਾ ਸੀ ਵੀ ਇਹਨਾਂ ਪਸ਼ੂਆਂ ਦਾ, ਕਿਉਂਕਿ ਉਹਨਾਂ ਨੇ ਹਰ ਇੱਕ ਵਿੱਚ ਰੱਬ ਵੇਖਿਆ ਸੀ। ਤੇ ਰੱਬ ਹਰ ਇੱਕ ਵਿੱਚ ਕੌਣ ਵੇਖੂਗਾ? ਜਿਹੜਾ ਆਪਣੇ ਅੰਦਰ ਵੇਖੂਗਾ। ਬਾਹਰ ਜੰਗਲਾਂ 'ਚ ਲੱਭ ਲਈਏ ਕਿਤੇ ਨਹੀਂ ਆ, ਹੈਗਾ ਸਾਰੇ ਥਾਂ ਹੀ ਆ, ਪਰ ਜਿੰਨਾ ਚਿਰ ਅੰਦਰੋਂ ਨਹੀਂ ਲੱਭਾ ਉਹਨਾਂ ਚਿਰ ਉੱਥੋਂ ਵੀ ਨਹੀਂ ਲੱਭਣਾ। ਫਰੀਦਾ ਜੰਗਲ ਜੰਗਲ ਕਿਆ ਭਵਹੇ, ਵਣ ਕੰਡਾ ਮੋੜੇਹੇ,
ਵਸੀ ਰੱਬ ਹਿਆਲੀਆ, ਬਾਹਰ ਕਿਆ ਢੂੰਡੇ। ਅੰਦਰ ਹੀ ਵਸਦਾ ਹੈ। ਜਿੱਦਣ ਅੰਦਰੋਂ ਲੱਭਣਾ ਹੈ, ਭਾਵੇਂ ਜੰਗਲ ਚੋਂ ਜਾ ਕੇ ਲੱਭ ਲਈਏ, ਭਾਵੇਂ ਘਰ ਬਹਿ ਕੇ ਲੱਭ ਲਈਏ, ਲੱਭਣਾ ਫੇ ਅੰਦਰੋਂ ਹੀ ਹੈ। ਤੇ ਜਦੋਂ ਅੰਦਰੋਂ ਮਿਲ ਗਿਆ, ਉਦੋਂ ਸਗਲੀ ਲੁਕਾਈ ਪਰਮੇਸ਼ਰ ਦਾ ਰੂਪ ਹੋ ਜਾਣੀ ਹੈ। ਇਸ ਵਾਸਤੇ ਗੁਰਮੁਖੋ ਧੰਨ ਬਾਬਾ ਪਾਲਾ ਸਿੰਘ ਜੀ, ਜਿਵੇਂ ਭੱਟਾ ਨੇ ਕਿਹਾ ਸੀ ਨਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੀ ਬਨ ਆਵੈ। ਇਸੇ ਤਰ੍ਹਾਂ ਧੰਨ ਬਾਬਾ ਪਾਲਾ ਸਿੰਘ ਜੀ, ਤੁਹਾਡੀ ਕਮਾਈ ਤੁਹਾਨੂੰ ਹੀ ਬਣ ਆਉਂਦੀ ਹੈ। ਉਹਦੇ ਵਿੱਚ ਕੁਝ ਕਹਿਣ ਵਾਸਤੇ ਤੁਸ਼ ਬੁੱਧੀ ਦੇ ਨਾਲ ਉਹਨਾਂ ਦੀ 55 ਸਾਲ ਦੀ ਜਿਹੜੀ ਸੇਵਾ ਏ, ਆ ਦੋ ਚੋਂ ਘੜੀਆਂ ਵਿੱਚ ਉਹਨਾਂ ਦਾ ਕੋਈ ਜਾਸ ਏਡਾ ਖਾਸ ਨਹੀਂ ਕੀਤਾ ਨਾ। ਸੋ ਇੱਥੋਂ ਤੱਕ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਜੀ ਕਿਰਪਾ ਕਰਨ। ਅੱਗੇ ਢਾਡੀ ਜਥਾ ਪਹੁੰਚ ਚੁੱਕਾ ਹੈ। ਕੀਰਤਨ ਦੀ ਹਾਜ਼ਰੀ ਭਰਨੀ ਆਪ ਜੀ ਨੇ। ਕੀਰਤਨੀ ਜਥਾ ਪਹੁੰਚ ਚੁੱਕਾ, ਇਹਨਾਂ ਨੇ ਹਾਜ਼ਰੀ ਭਰਨੀ ਹੈ। ਇਸੇ ਤਰ੍ਹਾਂ ਗੁਰਮੁਖੋ ਆਪਾਂ ਇਕਾਗਰਤਾ ਦੇ ਨਾਲ ਜਿਹੜਾ ਹੈ ਗੁਰੂ ਕੇ ਚਰਨਾਂ ਨਾਲ ਜੁੜ ਕੇ ਰਹਿਣਾ ਹੈ। ਸੋ ਸਤਿਕਾਰਯੋਗ ਉਸਤਾਦ ਜੀ ਗਿਆਨੀ ਗੁਰਵਿੰਦਰ ਸਿੰਘ ਜੀ, ਉਹਨਾਂ ਨੇ ਆਉਣਾ ਸੀ, ਸਰੀਰ ਢਿੱਲਾ ਹੋਣ ਕਰਕੇ ਨਹੀਂ ਆਏ। ਹੋਈ ਭੁੱਲ ਚੁੱਕ ਦੀ ਖਿਮਾ। ਦੇਹੋ ਅਸੀਸ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਜੋਬਨਜੀਤ ਸਿੰਘ ਜੀ, ਜੋ ਆਪ ਜੀ ਨੂੰ ਮਹਾਂਪੁਰਖਾਂ ਦੇ ਬਚਨ ਸੁਣਾ ਕੇ